ਦੇਸਰਾਜ ਕਾਲੀ ਦਾ ਨੋਵਲ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ। ਤਸੀਹਾ ਦੋਆ 5 ਬੱਚੇ ਨੇ ਇਹਦੇ, ਪਰ ਇਹ ਨਹੀਂ ਲੱਗਦੀ ਕਿ ਏਡੀ ਉਮਰ ਦੀ ਹੋਏਗੀ। ਕੋਈ ਇਹਨੂੰ ਅਜੇ ਕੁਆਰੀ ਹੀ ਹੈ ਵੀ ਕਹਿ ਦੇਵੇ ਤਾਂ ਅਤਕਥਨੀ ਨਹੀਂ। ਰੱਬ ਨੇ ਹੁਸਨ ਦਿੱਤਾ ਹੈ, ਗਰੀਬੀ ਨਾਲ ਦਿੱਤੀ ਪਰੋਸ ਕੇ, ਘਰ ਵਾਲਾ ਕੰਮ ਚੋਰ ਦਿੱਤਾ, ਉੱਪਰੋਂ ਬੱਚੇ, ਪਰ ਇਹਨੇ ਹਿੰਮਤ ਕਰਕੇ ਆਪ ਢਾਬਾ ਖੋਲ੍ਹ ਲਿਆ ਤੇ ਰੇੜ ਲਿਆ, ਬਲਕਿ ਹੁਣ ਤਾਂ ਕਹੋ ਕਿ ਦੌੜਾ ਹੀ ਲਿਆ। ਹੱਸਦਿਆਂ ਹੱਸਦਿਆਂ ਸਭ ਦਾ ਸਵਾਗਤ ਕਰਦੀ ਏ। ਸਬਜ਼ੀਆਂ ਦਾਲਾਂ ਦਾ ਸਵਾਦ ਇਹਦੇ ਹਾਸੇ ਵਰਗਾ ਹੀ ਹੈ। ਫਿਰ ਇਹਦੇ ਢਾਬੇ ਤੇ ਤਰਸੇਮ ਆਉਣ ਲੱਗਾ। ਮੂੰਹ ਮੱਥੇ ਲੱਗਦਾ ਰਤਾ ਕੋਈ ਵੈਲ ਪੁਣਾ ਹੈ ਉਹਦੇ 'ਚ। ਇਹਦੇ ਨਾਲ ਅੱਖ ਮਿਲਾ ਲਈ, ਇਹ ਮੁਸਕਰਾ ਪਈ। ਜਿਉਣਾ ਕੌਣ ਨਹੀਂ ਚਾਹੁੰਦਾ ਯਾਰ। ਫਿਰ ਹੌਲੀ ਹੌਲੀ ਇਹਨਾਂ ਆਪਸ 'ਚ ਗੱਲਾਂ ਕਰਨੀਆਂ ਸ਼ੁਰੂ ਕਰ ਲਈਆਂ। ਇਹ ਕਦੇ ਕਦੇ ਉਹਨੂੰ ਕਿਹਾ ਕਰੇ ਕਿ ਮੇਰੇ ਘਰ ਵਾਲੇ ਨੇ ਕੋਈ ਹੋਰ ਤੀਵੀਂ ਰੱਖੀ ਹੋਈ ਏ। ਬਹੁਤੀ ਵਾਰ ਉਹ ਰਾਤ ਨੂੰ ਘਰੇ ਹੀ ਨਹੀਂ ਆਉਂਦਾ। ਕਈ ਵਾਰ ਇਹਦੇ ਤੋਂ ਇਹ ਗੱਲ ਦੁਹਰਾ ਹੋ ਗਈ। ਫਿਰ ਇੱਕ ਦਿਨ ਤਰਸੇਮ ਕੱਲੀ ਤਾੜ ਕੇ ਇਹਦੇ ਘਰੇ ਹੀ ਚਲਾ ਗਿਆ। ਇਹਨੇ ਹੱਥ ਜੋੜ ਲਏ, ਨਹੀਂ, ਜਦੋਂ ਮੈਨੂੰ ਮੇਰੇ ਘਰ ਵਾਲੇ ਦੇ ਕਿਸੇ ਹੋਰ ਨਾਲ ਸੌਣ ਦੇ ਖਿਆਲ ਆਉਂਦੇ ਨੇ ਤਾਂ ਕਲੇਜਾ ਮੂੰਹ ਨੂੰ ਆਉਂਦਾ। ਤੇਰੀ ਘਰ ਵਾਲੀ ਸੋਹਣੀ ਏ, ਮੈਨੂੰ ਬਖਸ਼ ਦੇ, ਮੈਂ ਨਹੀਂ ਚਾਹੁੰਦੀ ਉਹ ਵੀ ਮੇਰੇ ਵਾਲੇ ਦੁੱਖ 'ਚੋਂ ਲੰਘੇ। ਤਰਸੇਮ ਨੇ ਤਾਂ ਜਿਵੇਂ ਕੁਝ ਸੁਣਿਆ ਹੀ ਨਹੀਂ। ਇਹ ਵੀ ਉਸੇ ਦਿਨ ਤੋਂ ਢਲ ਗਈ ਏ, ਰਜਿੰਦਰ ਕੌਰ ਵਾਂਗ ਹੀ। ਪੌੜੀ ਦੇ ਰਤਾ ਕੋ ਉੱਚੇ ਸਟੈਪ ਵੀ ਨਹੀਂ ਚੜ੍ਹ ਪਾਉਂਦੀ। ਅੱਖਾਂ ਦਾ ਆਪਰੇਸ਼ਨ ਕਰਵਾ ਆਈ ਏ। ਕਾਲੀਆਂ ਐਨਕਾਂ ਲਾਈਆਂ ਹੋਈਆਂ ਨੇ। ਇਹ ਬਿਲਕੁਲ ਨਹੀਂ ਪਛਾਣ ਹੋ ਰਹੀ। ਇੱਥੇ ਇੰਝ ਹੀ ਪਛਾਣਾਂ ਗੁਆਚ ਜਾਂਦੀਆਂ ਨੇ ਬਗੈਰ ਕੋਈ ਤਸੀਹਾ ਦਿੱਤਿਆਂ। ਤਸੀਹਾ 3। ਉਹ ਗਾਹਕ ਭੁਗਤਾ ਕੇ ਆ ਰਹੀ ਸੀ, ਅੱਧੀ ਰਾਤ ਦਾ ਵੇਲਾ। ਇਹਦਾ ਇਹ ਅਸੂਲ ਹੈ ਕਿ ਇਹਨੇ ਗਾਹਕ ਨਾਲ ਧੋਖਾ ਨਹੀਂ ਕਰਨਾ। ਗਾਹਕ ਇਹਦੇ ਨਾਲ ਧੋਖਾ ਕਰ ਨਹੀਂ ਸਕਦਾ। ਇੱਕ ਵਾਰ ਕਿਸੇ ਕਰਨਲ ਦੇ ਮੁੰਡੇ ਨੇ ਇਹਨੂੰ ਹੋਟਲ ਸੱਦ ਲਿਆ, ਅੱਧੀ ਰਾਤ ਵਿਹਲਾ ਕੀਤਾ। ਫਿਰ ਕਹਿੰਦਾ ਚੱਲ ਮੈਂ ATM ਤੋਂ ਪੈਸੇ ਕਢਵਾ ਦਿੰਦਾ। ਇਹ ਆਪਣੀ ਕਾਰ 'ਚ ਚੱਲ ਪਈ। ਉਹ ਪਲਾਂ 'ਚ ਹੀ ਕਾਰ ਲੈ ਕੇ ਗਾਇਬ। ਇਹਨੇ ਹੋਟਲ ਵਾਲਿਆਂ ਨਾਲ ਲੜ ਕੇ ਉਹਦਾ ਪਤਾ ਲੈ ਲਿਆ। ਉਹਨਾਂ ਕੋਲ ID ਪ੍ਰੂਫ ਸੀ ਉਹਦਾ। ਇਹਨੇ ਤਾਂ ਜੀ ਜਾ ਬੈਲ ਦਿੱਤੀ ਉਹਦੇ ਘਰੇ। ਕਰਨਲ ਸਾਹਿਬ ਬਾਹਰ ਨਿਕਲੇ। ਇਹਨੇ ਕਰਤੂਤ ਫੋਲਤੀ ਉਹਦੇ ਮੁੰਡੇ ਦੀ। ਉਹ ਪਹਿਲਾਂ ਤਾਂ ਤੱਤਾ ਜਿਹਾ ਹੋਇਆ। ਇਹਨੇ ਸਾਫ਼ ਕਹਿਤਾ, ਦੇਖੋ ਹੋਟਲ ਦੀ ਵੀਡੀਓ ਫੁਟੇਜ ਮਿਲ ਜਾਣੀ ਹੈ। ਮੇਰੇ ਨਾਲ ਇਹਨੇ 5000 ਕੀਤੇ ਸੀ, ਉਹ ਦੇ ਦਿਓ, ਨਹੀਂ ਤਾਂ ਮੈਂ ਬੈਠੀ ਹਾਂ ਤੁਹਾਡੇ ਘਰ ਅੱਗੇ। ਅੱਧੀ ਰਾਤ ਕਰਨਲ ਸਾਹਿਬ ਦੇ ਹੋਸ਼ ਉੱਡ ਗਏ। ਇਹਨੇ 5000 ਰੁਪਏ ਤੇ ਰਾਹ ਪਈ। ਹੁਣ ਅੱਜ ਚੰਡੀਗੜ੍ਹ ਦੇ ਰਾਹ 'ਚ ਹੀ ਸੀ, ਕਿਸੇ ਦਾ ਐਕਸੀਡੈਂਟ ਹੋਇਆ ਪਿਆ ਸੀ। ਕਿਸੇ ਮੋਟਰਸਾਈਕਲ ਸਵਾਰ ਨੂੰ ਕੋਈ ਫੇਟ ਮਾਰ ਗਿਆ। ਇਹਨੇ ਕਾਰ ਰੋਕੀ, ਸੱਟ ਵਾਹਵਾ ਲੱਗੀ ਹੈ। ਪੁਲਿਸ ਨੂੰ ਫੋਨ ਲਗਾਇਆ। ਚੰਡੀਗੜ੍ਹ ਦੀ ਪੁਲਿਸ ਪਹੁੰਚ ਗਈ। ਫਿਰ ਇਹ ਤਾਂ ਜੀ ਉਹਨਾਂ ਦੀ ਹਦੂਦ 'ਚ ਨਹੀਂ ਆਉਂਦਾ, ਪੁਲਿਸ ਗਾਇਬ। ਫਿਰ ਡੇਰਾ ਬੱਸੀ ਦੀ ਪੁਲਿਸ ਨੂੰ ਫੋਨ ਲਾਓ, ਉਹ ਪੁਲਿਸ ਆ ਗਈ। ਐਂਬੂਲੈਂਸ ਨੂੰ ਫੋਨ ਲਗਾਇਆ, ਕੁਝ ਦੇਰ ਮਗਰੋਂ ਐਂਬੂਲੈਂਸ ਆ ਗਈ। ਜਦ ਤੱਕ ਉਹਨੂੰ ਹਸਪਤਾਲ ਪਹੁੰਚਾਏ ਜਾਣ ਦਾ ਵਸੀਲਾ ਨਹੀਂ ਹੋ ਗਿਆ, ਇਹਨੇ ਵਾਹ ਲਾਉਣੀ ਨਹੀਂ ਛੱਡੀ। ਐਂਬੂਲੈਂਸ ਤੁਰੀ ਤਾਂ ਸੁਰਖਰੂ ਹੋ ਕੇ ਆਪਣੇ ਵਾਲ ਖੋਲ੍ਹੇ ਤੇ ਹਵਾ 'ਚ ਲਹਿਰਾਏ, ਮੇਰੀ ਮਹਾਰਾਣੀ ਵਿਕਟੋਰੀਆ। ਤਸੀਹਾ 4। ਮੇਰਾ ਮਿੱਤਰ ਪ੍ਰਾਇਮਰੀ ਸਕੂਲ 'ਚ ਹੈੱਡ ਟੀਚਰ ਏ। ਆਇਆ ਕਾਲਜ 'ਚ ਬੱਚੀ ਨੂੰ ਟਿਊਸ਼ਨ ਛੱਡ ਕੇ ਆਇਆ। ਘਰ ਵਾਲੀ ਅੱਜ ਕੱਲ੍ਹ ਇਹਦੀ ਬੱਚੀਆਂ ਦੀ ਬਹੁਤ ਚਿੰਤਾ ਕਰਦੀ ਏ। ਇਹਨਾਂ ਨੂੰ ਵਿਦੇਸ਼ ਭੇਜਣ ਲਈ ਪੈਸੇ ਜੋੜਨ ਲੱਗ ਪਈ ਏ। ਅਚਾਨਕ ਮੈਨੂੰ ਦੱਸਣ ਲੱਗਾ ਕਿ ਮੈਂ ਅੱਜ ਕੱਲ੍ਹ ਆਪਣੀ ਸਕੂਲ ਡਾਇਰੀ ਲਿਖ ਰਿਹਾ। ਮੈਂ ਬੱਚਿਆਂ ਦੇ ਪੇਰੈਂਟਸ ਨਾਲ ਜੋੜਨ ਲੱਗਾ ਹਾਂ, ਉਹਨਾਂ ਨੂੰ ਸਮਝ ਰਿਹਾ। ਸਕੂਲ ਮੇਰਾ ਵਾਹਵਾ ਚੱਲ ਪਿਆ। ਮੈਂ ਮਾਪਿਆਂ ਨੂੰ ਸਮਝਾਉਂਦਾ। ਕਈ ਮਾਂ ਬਾਪ ਤਾਂ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਨੇ। ਬਹੁਤੀਆਂ ਦੀਆਂ ਦਾਦੀਆਂ ਆਉਂਦੀਆਂ ਨੇ ਬਿਮਾਰ, ਬੁਰੇ ਹਾਲ। ਮੁੰਡਾ ਕੀ ਕਰਦਾ ਹੈ ਮਾਤਾ ਤੇਰਾ? ਉਹ ਤਾਂ ਨਸ਼ੇੜੀ ਆ ਪੁੱਤ, ਜਮਾਂ ਵਿਹਲਾ। ਨੂੰ ਕੀ ਕਰਦੀ ਹੈ? ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ, ਗੰਦੀ ਹੈ। ਦੋਸਤ ਚਲੇ ਗਏ ਹੈ। ਮੇਰੇ ਅੰਦਰੋਂ ਇੱਕ ਅਕਹਿ ਆਵਾਜ਼ ਨਿਕਲੀ ਏ, ਗਰੀਬ ਬਸਤੀ ਦੀ ਹਰ ਨੂੰਹ ਗੰਦੀ ਹੁੰਦੀ ਏ। ਤਸੀਹਾ 5। ਅੰਮ੍ਰਿਤਸਰ ਵਾਲੇ ਇੱਕ ਮਿੱਤਰ ਵੱਲੋਂ ਖਬਰ ਆਈ ਏ। ਉਹ ਹੈ ਹੀ ਨਿਰਾਲਾ ਗਜ਼ਟਡ ਅਫਸਰ ਹੈ। ਅੱਜ ਕੱਲ੍ਹ ਬਟਾਲੇ ਡਿਊਟੀ ਏ। ਉਹਨੇ ਉੱਥੇ ਕਿਸੇ ਬੀਬੀ ਨਾਲ ਗਾਂਠ ਸਾਂਠ ਕਰ ਲਈ। ਉਹਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਸੀ। ਘਰੋਂ ਵਾਹਵਾ ਸੌਖੇ, ਦੋਏ ਨੂੰਹ ਸਹੁਰਾ ਰਹਿ ਗਏ। ਜਾਇਦਾਦ ਬੜੀ ਏ, ਦੁਕਾਨਾਂ ਨੇ। ਲੋਕਾਂ ਨੇ ਦੁਕਾਨਾਂ 'ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਇਹਨੇ ਉਹਨਾਂ ਦਾ ਸਾਥ ਦਿੱਤਾ, ਦੌੜਾਤੇ। ਉਹਨਾਂ ਪੈਰਾਂ ਸਿਰ ਕਰਤਾ। ਕੰਮਕਾਰ ਤੁਰ ਪਿਆ। ਦੁਕਾਨਾਂ ਦੇ ਕਿਰਾਏ ਆਉਣ ਲੱਗੇ। ਬੀਬੀ ਨੂੰ ਠਾਰ ਮਿਲ ਗਈ। ਉਹਨੇ ਆਪਣੀ ਬੈਠਕ 'ਚ ਇਹਦੀ ਫੋਟੋ ਟੰਗਤੀ। ਸਹੁਰੇ ਨੂੰ ਬੁਰਾ ਲੱਗਾ। ਉਹਨੇ ਕੁਝ ਕਿਹਾ ਤਾਂ ਕਹਿਣ ਲੱਗੀ, ਦੇਖ ਮੈਂ ਪਹਾੜ ਜਿੱਡੀ ਉਮਰ ਬਿਤਾਉਣੀ ਆ, ਜਾਇਦਾਦ 'ਤੇ ਕਬਜ਼ੇ ਹੋ ਜਾਣੇ ਨੇ, ਅੱਗਾ ਪਿੱਛਾ ਨਾ ਤੇਰਾ ਨਾ ਮੇਰਾ। ਸਹੁਰਾ ਚੁੱਪ ਵੱਟ ਗਿਆ। ਉਹ ਸਹੁਰੇ ਦੇ ਹੁੰਦਿਆਂ ਵੀ ਜਾ ਆਉਂਦਾ ਉਹਦੇ ਘਰੇ। ਕੱਲ੍ਹ ਕਿਤੇ 4 ਯਾਰ ਉਹਨੂੰ ਉਡੀਕਦੇ ਪਏ ਸੀ, ਉਹ ਲੇਟ ਹੋ ਗਿਆ। ਇੱਕ ਕਹਿੰਦਾ ਦੇਰ ਲਾਤੀ, ਦੂਜਾ ਕਹਿੰਦਾ ਕਿਸੇ ਨੂੰ
ਪੈਰਾਂ ਸਿਰ ਕਰਨ ਗਿਆ ਹੋਣਾ ਹੈ। ਪਤਾ ਨਹੀਂ ਲੋਕਾਂ ਨੂੰ ਕੀ ਸੱਪ ਸੁੰਘ ਗਿਆ। ਲਤੀਫੇ ਤੇ ਕੋਈ ਨਹੀਂ ਹੱਸਦਾ। ਤਸੀਹਾ 6। ਉਸ ਰਾਤ ਸ਼ਰਾਬ ਨੇ ਪੂਰਾ ਪਹਿਰਾ ਬਿਠਾ ਲਿਆ ਸੀ। ਉਹ ਮੁੰਡਾ ਅਚਾਨਕ ਪ੍ਰਗਟ ਹੋਇਆ। ਉਹਦੀਆਂ ਹਰਕਤਾਂ ਦੱਸ ਰਹੀਆਂ ਸਨ ਕਿ ਉਹ ਗੇ ਹੈ। ਪੈਸਿਵ। ਉਹਨੂੰ ਇਸ਼ਾਰੇ ਨਾਲ ਬੁਲਾਇਆ। ਉਸ ਨਾਲ ਕੀ ਗੱਲ ਹੋਈ ਕੁਝ ਯਾਦ ਨਹੀਂ। ਅਸੀਂ ਹਨੇਰੇ 'ਚ ਸੀ। ਉਹ ਇੱਕਦਮ ਹਰਕਤ 'ਚ ਆ ਗਿਆ ਬਿਨਾਂ ਕਿਸੇ ਦੇਰੀ ਦੇ। ਉਹਨੂੰ ਜਿਵੇਂ ਬਹੁਤ ਤੋਟ ਲੱਗੀ ਹੋਈ ਸੀ। ਪਲਾਂ 'ਚ ਹੀ ਬਹੁਤ ਕੁਝ ਵਾਪਰ ਗਿਆ। ਉਹਦੇ ਅੰਗ ਵਾਲੀ ਥਾਂ ਤੇ ਡੂੰਘ ਪੈ ਗਿਆ। ਅਚੰਭਾ, ਅੰਗ ਗਾਇਬ। ਉਹ ਬਾਰ-ਬਾਰ ਉਸ ਡੂੰਘ ਨੂੰ ਕਿਸੇ ਤਿੱਖੀ ਚੋਭ ਨਾਲ ਭਰਨ ਨੂੰ ਕਹਿ ਰਿਹਾ ਸੀ। ਮਿੰਨਤਾਂ ਕਰ ਰਿਹਾ ਸੀ, ਲਿਲਕੜੀਆਂ ਲੈ ਰਿਹਾ ਸੀ। ਉਹ ਥਾਂ ਭਰ ਗਈ ਸੀ। ਉਹਨੇ ਸੁੱਖ ਦਾ ਸਾਹ ਲਿਆ ਸੀ। ਜੀਵਨ 'ਚ ਇੰਝ ਵੀ ਕਰਾਮਾਤਾਂ ਵੀ ਹੋ ਗੁਜ਼ਰਦੀਆਂ ਨੇ, ਸਾਧੂਆਂ ਦੀਆਂ ਕਰਾਮਾਤਾਂ ਤੋਂ ਵੀ ਵੱਧ ਰਹੱਸਮਈ। ਤਸੀਹਾ 7। ਮੈਂ ਕੋਈ ਸਰ ਨਹੀਂ, ਮੈਡਮ ਹਾਂ। 6 ਫੁੱਟ 2 ਇੰਚ ਕੱਦ, ਇੱਕ ਬੱਚੇ ਦੀ ਮਾਂ। ਤੁਹਾਡੇ ਸ਼ਹਿਰ 'ਚ ਮੈਂ ਦਵਾਈ ਲੈਣ ਆਉਂਦੀ ਹਾਂ। ਤੁਹਾਨੂੰ ਮਿਲਣ ਦੀ ਤਮੰਨਾ ਹੈ। ਚੰਡੀਗੜ੍ਹ ਜਿਸ ਬਜ਼ੁਰਗ ਨੂੰ ਤੁਸੀਂ ਮਿਲਦੇ ਹੋ, ਹਾਂ ਉਹੀ ਜਿਹੜੇ ਦਿੱਲੀ ਤੋਂ ਉੱਜੜ ਕੇ ਆਏ ਨੇ, ਜਿਨ੍ਹਾਂ ਦੀ ਬੇਟੀ ਡਾਕਟਰ ਹੈ। ਉਹੀ ਬੇਟਾ ਉਹਨਾਂ ਦਾ ਅਮਰੀਕਾ ਹੈ। ਉਹ ਮੇਰੇ ਸਹੁਰਿਆਂ ਵਿੱਚੋਂ ਨੇ। ਤੁਹਾਡੀ ਕਹਾਣੀਆਂ ਦੀ ਕਿਤਾਬ ਮੈਂ ਉਹਨਾਂ ਦੇ ਘਰੋਂ ਲੈ ਕੇ ਆਈ ਸੀ। ਉਹਦੇ ਤੋਂ ਬਾਅਦ ਹੀ ਤੁਹਾਨੂੰ ਫਰੈਂਡ ਰਿਕੁਐਸਟ ਭੇਜੀ ਸੀ। ਪਰ ਮੈਂ ਸਰਸਰੀ ਜਿਹੀ ਸਵਾਲ ਪੁੱਛੇ ਤੇ ਕੁਝ ਉਹਦੇ ਸਵਾਲਾਂ ਦੇ ਜਵਾਬ ਦਿੱਤੇ। ਪਰ ਫਿਰ ਕਦੇ-ਕਦੇ ਮੈਂ ਪਹਿਲ ਕਰਨ ਲੱਗਾ। ਮੈਨੂੰ ਕੁਝ ਧੁਖ ਰਹੇ ਦਾ ਅਹਿਸਾਸ ਜਿਹਾ ਹੋ ਗਿਆ ਸੀ। ਹਮਕ ਵੀ ਉਹੀ ਭੱਠੀਆਂ ਵਰਗੀ ਜਿਨ੍ਹਾਂ 'ਚ ਜਿਉਂਦੇ ਬੱਚੇ ਸਾੜੇ ਜਾਂਦੇ ਹਨ, ਯਹੂਦੀ ਤਸੀਹਾ ਕੈਂਪਾਂ 'ਚ। ਬਿਲਕੁਲ ਉਹੀ ਹਮਕ। ਫਿਰ ਉਹ ਇੱਕ ਦਿਨ ਮਿਲਣ ਵੀ ਆਈ, ਪਰ ਮੀਂਹ ਨੇ ਕਹਿਰ ਵਰਪਾ ਦਿੱਤਾ। ਜਲ ਥਲ ਹੋ ਗਿਆ। ਉਹਨੂੰ ਵਾਪਸ ਮੁੜਨਾ ਪੈ ਗਿਆ। ਉਹ ਕੁਝ ਕਹਿਣਾ ਚਾਹੁੰਦੀ ਸੀ, ਕਹਿ ਨਹੀਂ ਸੀ ਪਾ ਰਹੀ। ਫਿਰ ਅੱਜ ਜਦੋਂ ਉਹਦਾ ਇਨਬਾਕਸ ਮੈਸੇਜ ਆਇਆ, ਕਲੇਜਾ ਮੂੰਹ 'ਚ ਹੈ। ਇਹ ਕੋਈ ਕਹਾਣੀ ਨਹੀਂ, ਮੇਰੀ ਜ਼ਿੰਦਗੀ ਦਾ ਸੱਚ ਹੈ ਜੋ ਮੈਂ ਦੱਸਣ ਜਾ ਰਹੀ ਤੁਹਾਨੂੰ ਅੱਜ। ਸ਼ਾਇਦ ਮੇਰੇ ਵਾਂਗ ਹੋਰ ਵੀ ਕਈਆਂ ਦਾ ਸੱਚ ਹੋ ਸਕਦਾ ਹੈ। ਸਮਝ ਨਹੀਂ ਲੱਗਦੀ ਕਿੱਥੋਂ ਸ਼ੁਰੂ ਕਰਾਂ। ਮੈਂ ਉਸ ਮਾਂ ਪਿਓ ਦੀ ਪਹਿਲੀ ਧੀ ਸੀ ਜਿਨ੍ਹਾਂ ਨੂੰ ਪੁੱਤ ਹੀ ਚਾਹੀਦਾ ਸੀ। ਮੇਰੇ ਤੋਂ ਮਗਰੋਂ 2 ਹੋਰ ਭੈਣਾਂ। ਫਿਰ ਤਾਂ ਜ਼ਿੰਦਗੀ ਨਰਕ ਬਣ ਗਈ। ਜਿਵੇਂ 3 ਤੋਂ ਬਾਅਦ ਇੱਕ ਭਰਾ। ਫਿਰ ਹਾਲਾਤ ਹੋਰ ਵਿਗੜ ਗਏ। ਕੁੜੀਆਂ ਤੇ ਮੁੰਡਿਆਂ ਦਾ ਫਰਕ ਰੱਜ ਕੇ ਸਿਆ ਮੈਂ। ਕਦੇ ਪਿਆਰ ਨਹੀਂ ਮਿਲਿਆ ਮਾਂ-ਬਾਪ ਦਾ, ਨਾ ਹੀ ਪਰਵਾਹ ਕੀਤੀ ਕਿਸੇ। ਕੰਮ ਕਰਨ ਵਾਲੀਆਂ ਗੁਲਾਮਾਂ ਵਾਲੀ ਜ਼ਿੰਦਗੀ ਸੀ ਉਹ। ਮੈਂ 6 ਸਾਲ ਦੀ ਸੀ ਜਦੋਂ ਘਰ ਦੇ ਇੱਕ ਬਜ਼ੁਰਗ ਨੇ ਮੇਰੇ ਨਾਲ ਸਰੀਰਕ ਸ਼ੋਸ਼ਣ ਕੀਤਾ। ਰੇਪ ਨਹੀਂ ਹੋਇਆ, ਪਰ ਰੇਪ ਨਾਲੋਂ ਘੱਟ ਵੀ ਨਹੀਂ ਸੀ। ਡਰਾ ਕੇ ਕਈ ਸਾਲ ਇਹੀ ਕਰਦਾ ਰਿਹਾ। ਦੱਸ ਨਹੀਂ ਸੀ ਸਕਦੀ ਕਿਸੇ ਨੂੰ, ਸੁਣਨ ਵਾਲਾ ਕੋਈ ਨਹੀਂ ਸੀ ਘਰ। ਮਾਂ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦੀ ਬੱਚੇ ਲਈ। ਉਹਨਾਂ ਨੂੰ ਪਤਾ ਵੀ ਸੀ ਕੁਝ, ਪਰ ਕਿਸੇ ਕੋਈ ਐਕਸ਼ਨ ਨਹੀਂ ਲਿਆ ਉਸ ਬੁੱਢੇ ਖਿਲਾਫ। ਉਹਦੀ ਆਉਂਦੀ ਪੈਨਸ਼ਨ ਦਾ ਲਾਲਚ ਸੀ ਸ਼ਾਇਦ। ਚਲੋ 10ਵੀਂ ਤੱਕ ਇਹੀ ਸਿਲਸਿਲਾ ਜਾਰੀ ਰਿਹਾ। ਫਿਰ ਉਹ ਬੁੱਢਾ ਮਰ ਗਿਆ, ਮੇਰੀ ਜਾਨ ਛੁੱਟੀ। ਪਰ ਜਾਨ ਇੰਨੀ ਸੌਖੀ ਵੀ ਨਹੀਂ ਛੁੱਟਦੀ। ਚਲੋ ਮਾਂ ਪਿਓ ਦਾ ਜ਼ੁਲਮ ਸਹਿਣ ਕਰਦੇ ਕਰਦੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਫਿਰ ਮਾਂ ਨੇ ਨਾਨਕੇ ਭੇਜ ਦਿੱਤਾ। ਉੱਥੇ ਇੱਕ ਛੋਟੇ ਜਿਹੇ ਕਾਲਜ 'ਚ ਕੰਪਿਊਟਰ ਟੀਚਰ ਲੱਗ ਗਈ। ਕੋਈ ਸੋਚ ਨਹੀਂ ਸਕਦਾ ਕਿੰਨੀ ਤਨਖਾਹ ਤੇ। ਸਿਰਫ 1500 ਰੁਪਏ ਮੰਥ ਨਾਲ। ਟਿਊਸ਼ਨ ਕੁਝ ਆਪਣੇ ਤੇ ਨਹੀਂ ਖਰਚ ਕਰ ਸਕਦੀ ਸੀ। ਹਰ ਮਹੀਨੇ ਬਾਅਦ ਮਾਂ ਆਉਂਦੀ, ਲੈ ਜਾਂਦੀ ਪੈਸੇ। ਉੱਥੇ ਮੇਰੇ ਸਕੇ ਮਾਮੇ ਨੇ ਮੇਰੀ ਬਾਂਹ ਫੜ ਲਈ ਇੱਕ ਦਿਨ। ਉਹਦੇ ਕੋਲੋਂ ਬਚ ਗਈ ਤਾਂ ਮਾਂ ਨੂੰ ਫੋਨ ਕਰਕੇ ਕਿਹਾ ਕਿ ਮੈਂ ਨਹੀਂ ਰਹਿਣਾ ਇੱਥੇ। ਪਿਓ ਬੋਲਿਆ ਕਿਉਂ ਮੁੜਨਾ? ਨਾਨਕੇ ਵੀ ਵਿਆਹ ਦਿੰਦੇ ਹੁੰਦੇ। ਪਰ ਮੈਂ ਮੁੜ ਆਈ ਘਰ। ਫਿਰ ਪ੍ਰਾਈਵੇਟ ਸਕੂਲਾਂ 'ਚ ਬਹੁਤ ਧੱਕੇ ਖਾਧੇ। ਫਸਟ ਈਅਰ 'ਚ ਪੜ੍ਹਦੀ ਨੂੰ ਲੋਕਾਂ ਮੂਹਰੇ ਚੀਜ਼ ਵਾਂਗ ਰੱਖਿਆ ਗਿਆ। ਕੋਈ ਕੈਨੇਡਾ ਵਾਲਾ ਲੈ ਜਾਵੇ ਤਾਂ ਸਾਡਾ ਵੀ ਬਣ ਜਾਵੇ ਕੁਝ। ਪਰ ਮੇਰੀ ਕਿਸਮਤ 'ਚ ਕੁਝ ਹੋਰ ਸੀ। ਕਿਤੇ ਬਾਹਰ ਰਿਸ਼ਤਾ ਨਹੀਂ ਹੋਇਆ। ਮਾਸੀ ਨੇ ਰਿਸ਼ਤਾ ਕਰਵਾਤਾ ਆਪਣੀ ਰਿਸ਼ਤੇਦਾਰੀ 'ਚ। ਸੋਚਿਆ ਹੁਣ ਜ਼ਿੰਦਗੀ ਬਦਲ ਜਾਊ ਕੁਝ, ਪਰ ਹੋਰ ਖਰਾਬ ਹੋ ਗਈ। ਘਰ ਵਾਲਾ ਇੰਨਾ ਸਿਆਣਾ ਮਿਲਿਆ ਵੀ ਕੋਈ ਇੱਕ ਕੰਮ ਵੀ ਆਪ ਆਪਣੀ ਮਰਜ਼ੀ ਨਾਲ ਨਾ ਕਰਨ ਜੋਗਾ। ਉੱਪਰੋਂ ਬੈੱਡ ਜੋਗਾ ਵੀ ਨਹੀਂ, ਹਰ ਪਾਸਿਓਂ ਕਮਜ਼ੋਰ। ਇੱਕ ਬੇਟਾ ਹੋਇਆ, ਸਮਝੌਤਾ ਕਰ ਲਿਆ ਜ਼ਿੰਦਗੀ ਨਾਲ ਵੀ। ਇਹਦੇ ਲਈ ਜਿਉਣਾ ਹੁਣ। ਪਰ ਹਸਬੈਂਡ ਜਦੋਂ ਆਉਂਦਾ ਬਾਹਰੋਂ, ਅਰਬ 'ਚ ਕੰਮ ਕਰਦਾ ਉਹ, ਉਦੋਂ ਹੀ ਘਰ ਵਾਲਾ ਬਣਨ ਲਈ ਹੱਥ ਚੁੱਕਦਾ ਮੇਰੇ ਤੇ। ਸ਼ੱਕ ਕਰਦਾ ਕਿਸੇ ਹੋਰ ਨਾਲ ਗੱਲ ਤਾਂ ਨਹੀਂ ਕਰਦੀ। ਨਰਕ ਕੀ ਹੁੰਦਾ ਮੈਂ ਦੇਖਿਆ ਆਪਣੀ ਜ਼ਿੰਦਗੀ 'ਚ। ਐਂਡ ਆਮ I am still in hell. ਮੈਂ ਨਿਸ਼ਬਦ ਹਾਂ। ਤਸੀਹਾ 8। ਵੱਡੀ ਕੁੜੀ ਬਿਊਟੀ ਪਾਰਲਰ ਦਾ ਕੋਰਸ ਕਰਨ ਲੱਗ ਪਈ। ਘਰ 'ਚ ਕਲੇਸ਼ ਵੱਧ ਗਿਆ। ਇਹਦੀ ਰੇਹੜੀ ਨਾਲ ਗੁਜ਼ਾਰਾ ਹੋ ਹੀ ਨਹੀਂ ਸਕਦਾ, ਜਾਂ ਹੋਰ ਕਾਰਨ ਰਹੇ ਹੋਣਗੇ।
ਘਰ ਵਾਲੀ ਨੇ ਇਹਦੇ ਤੇ ਹੱਥ ਚੁੱਕਿਆ, ਕੁੜੀ ਨੇ ਵੀ। ਇਹਨੂੰ ਅਧਰੰਗ ਹੋ ਗਿਆ। ਉਹਨਾਂ ਕੱਢਤਾ। ਘਰ ਦੇ ਨੇੜੇ ਹੀ ਖੋਲੇ ਜਿਹੇ 'ਚ ਜਿਹੜਾ ਇਹਦਾ ਭਰਾ ਦਾ ਸੀ, ਉਹ ਛੜਾ ਸੀ। ਮੈਂ ਤਾਂ ਉਹਨੂੰ ਇੱਥੋਂ ਕੋਹੜਿਆਂ ਵਾਂਗ ਬਿਮਾਰ ਪਏ ਨੂੰ ਹੀ ਦੇਖਿਆ। ਉਹ ਰੋਟੀ ਕਿੱਥੋਂ ਖਾਂਦਾ ਸੀ ਪਤਾ ਨਹੀਂ, ਜਿਉਂਦਾ ਕਿਵੇਂ ਸੀ ਪਤਾ ਨਹੀਂ। ਫਿਰ ਉਹਦੀ ਲੱਤ ਗਲ ਗਈ, ਉਹ ਮਰ ਗਿਆ। ਹੁਣ ਉਹ 2 ਖਣਾ ਖੋਲਾ ਹੀ ਪਿਆ ਸੀ। ਇਹ ਉੱਥੇ ਬਹਿ ਗਈ। ਪਹਿਲਾਂ ਤਾਂ ਬਹੁਤ ਔਖਾ ਹੋਇਆ, ਫਿਰ ਕੁਝ ਲੋਕਾਂ ਨੇ ਮਦਦ ਕਰਤੀ। ਇਹਨੇ ਆਪ ਵੀ ਹਿੰਮਤ ਨਹੀਂ ਹਾਰੀ, ਲੱਗਾ ਰਿਹਾ, ਹਿਲਦਾ ਜੁਲਦਾ ਰਿਹਾ। ਹੌਲੀ ਹੌਲੀ ਹਾਕੀ ਜੀ ਫੜ ਲਈ, ਬਾਹਰ ਨਿਕਲ ਆਇਆ ਕਰੇ। ਇਹਦੀਆਂ ਭੈਣਾਂ ਆ ਗਈਆਂ, ਮੰਜਾ ਬਿਸਤਰਾ ਨਵਾਂ ਲਿਆ ਤਾ। ਹੌਲੀ ਹੌਲੀ ਇਹਦੇ ਕੋਲ ਸਟੋਵ ਆ ਗਿਆ, ਚਾਹ ਰਿੱਝਣ ਲੱਗੀ। ਪਰ ਜਦੋਂ ਕਿਤੇ ਇਹ ਘਰ ਵਾਲੀ ਨੂੰ ਬੋਲਦਾ, 2 ਲੱਤਾਂ ਢਿੱਡ 'ਚ ਵੱਜਦੀਆਂ। ਕਰਾ ਵੀ ਨਾ ਸਕਦਾ। ਨਹੀਂ ਲਿਖੇ ਜਾਂਦੇ ਯਾਰ ਇਹੋ ਜਿਹੇ ਦਰਦ। ਤਸੀਹਾ 9। ਇਹ ਤਸੀਹਾ ਝਾਈ ਰਾਹੀਂ ਸਾਡੇ ਕੋਲ ਪਹੁੰਚਦਾ ਹੈ। ਪੋਤੇ ਦਾ ਵਿਆਹ ਹੋਇਆ। ਹਫ਼ਤੇ ਬਾਅਦ ਨੂੰਹ ਨੇ ਪੋਤ ਨੂੰ ਕੱਢਤੀ। ਹੰਕਾਰ ਨਹੀਂ ਜੁੜਿਆ ਉਹਦੇ ਨਾਲ। ਉਹ ਬਹੁਤ ਉੱਚੇ ਨੱਕ ਵਾਲੀ। ਨੂੰਹ ਨੱਕ 'ਚੋਂ ਠੂੰਹੇ ਸੁੱਟਣ ਲੱਗੀ, ਚਲੋ ਭੱਜੋ। ਉਹ ਨਾਲ ਉਹਦੇ ਪੁੱਤ ਨੂੰ ਵੀ ਲੈ ਗਈ। ਉਹ ਵੀ ਬੜੀ ਕੱਬੀ ਨਿਕਲੀ। ਉਹ ਕਿਤੇ ਜਾ ਕਿਰਾਏ 'ਤੇ ਰਹਿਣ ਲੱਗੇ। ਇਹਦੇ ਹੰਕਾਰ ਨੇ ਸਿਰੀ ਹੋਰ ਤਾਂ ਚੁੱਕ ਲਈ। ਫਿਰ ਕੁੜੀ ਵਿਆਹਣ ਵਾਲੀ ਹੋ ਗਈ। ਮੁੰਡੇ ਦੇਖਣ, ਕੋਈ ਗੱਲ ਨਾ ਬਣੇ। ਫਿਰ ਅੱਕ ਕੇ ਠੀਕਰਾ ਝਾਈ ਸਿਰ ਕੇ ਇਹ ਕਲਮੋਈ ਹੈ, ਇਹਦੇ ਪੈਰਾਂ ਕਰਕੇ ਸਾਡੇ ਘਰ 'ਚ ਖਰਾਬੀ ਹੋ ਰਹੀ ਆ। ਆਖਿਰ ਕਿਸੇ ਪੰਡਤ ਦੇ ਕਹਿਣ 'ਤੇ ਘਰ ਬਦਲ ਲਿਆ। ਝਾਈ ਹੁਣ ਘਰ 'ਚ ਇਕੱਲੀ ਰਹਿੰਦੀ ਹੈ। ਪੁੱਤ ਕਿਤੇ ਕਿਤੇ ਆ ਕੇ ਮਿਲ ਜਾਏ ਤਾਂ ਮਿਲ ਜਾਏ, ਨੂੰਹ ਨਹੀਂ ਵੜੀ। ਹੁਣ ਕਹਿੰਦੇ ਆ ਕਿ ਉਹਦੀ ਕੁੜੀ ਵਿਆਹੀ ਗਈ ਸੀ, ਪਰ ਝਾਈ ਨੂੰ ਵਿਆਹ ਨਹੀਂ ਸੱਦਿਆ। ਮੇਰੀ ਫੇਸਬੁੱਕ ਵਾਲ ਤੋਂ। ਸਾਹਿਤ ਸਮਾਜ ਦਾ ਸ਼ੀਸ਼ਾ ਨਹੀਂ। ਜਲੰਧਰ ਦੇ ਵੱਡੇ ਕਾਲਜ ਲਾਇਲਪੁਰ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਨੇ ਅੰਗਰੇਜ਼ੀ ਵਾਲੇ ਵਿਭਾਗੀ ਦੋਸਤ ਵੀ ਸ਼ਾਮਲ ਸਨ। 3 ਦਿਨਾਂ ਸਿਰਜਨਾਤਮਕ ਵਰਕਸ਼ਾਪ ਲਗਾਈ। ਅੱਜ ਦਾ ਦਿਨ ਮੇਰੇ ਨਾਮ ਰੱਖਿਆ। ਕਹਾਣੀ ਕਿਵੇਂ ਪੜ੍ਹੀਏ, ਕਹਾਣੀ ਕਿਵੇਂ ਲਿਖੀਏ। ਕੁੱਲ 2 ਘੰਟੇ ਚੱਲੀ ਲੈਕਚਰ ਤੇ ਬਹਿਸ ਵਿੱਚ ਕੁਝ ਨੁਕਤੇ ਮੈਂ ਉਠਾਏ, ਜਿਨ੍ਹਾਂ 'ਚੋਂ ਕੁਝ ਸਨ। ਪਹਿਲਾ, ਸਾਹਿਤ ਸਮਾਜ ਦਾ ਸ਼ੀਸ਼ਾ ਨਹੀਂ, ਬਲਕਿ ਲੇਖਕ ਦੇ ਮਨ 'ਚ ਸਮਾਜ ਨੂੰ ਦੇਖਦਿਆਂ ਪੈਦਾ ਹੋਈ ਪ੍ਰਤੀਧੁਨੀ ਹੈ, ਜਿਹੜੀ ਲੇਖਕ ਦੀ ਵਿਚਾਰਕ ਪੁੱਠ ਚਾੜ ਕੇ ਸਾਹਿਤ ਦਾ ਰੂਪ ਧਾਰਨ ਕਰਦੀ ਹੈ। ਦੂਸਰਾ, ਪੰਜਾਬੀ ਸਾਹਿਤ ਵਿੱਚ ਪੁਆਧ ਦਾ ਸਾਹਿਤ ਫਲਸਫੇ ਦਾ ਸਾਹਿਤ ਹੈ, 10ਮ ਗ੍ਰੰਥ ਦੇ ਹਵਾਲੇ ਨਾਲ। ਤੀਸਰਾ, ਭਾਰਤੀ ਕਹਾਣੀ ਪਿੱਛੇ ਪੱਛਮੀ ਚਿੰਤਨ ਨਹੀਂ, ਬਲਕਿ ਸਾਡੀਆਂ ਪੌਰਾਣਿਕ ਕਥਾਵਾਂ, ਉਪਨਿਸ਼ਦ, ਕਿੱਸਾ ਸਾਹਿਤ ਆਦਿ ਕਾਰਜਸ਼ੀਲ ਹਨ। ਚੌਥਾ, ਸਾਡੀਆਂ ਬਿਰਤਾਂਤਕ ਜੁਗਤਾਂ ਭਾਰਤੀ ਦਰਸ਼ਨ ਪਰੰਪਰਾ 'ਚੋਂ ਉਪਜਦੀਆਂ ਨੇ। ਪੰਜਵਾਂ, ਗੁਰਬਾਣੀ 'ਚ ਵਿਵੇਕ ਤੇ ਵੈਰਾਗ ਦੀ ਅਵਸਥਾ ਬਾਰੇ ਕੁਝ ਗੱਲਾਂ ਕੀਤੀਆਂ। ਛੇਵਾਂ, ਨਾਥ ਤੇ ਸਿੱਧ ਸਾਹਿਤ ਬਾਰੇ ਵੀ ਵਿਚਾਰ ਚਰਚਾ ਚੱਲੀ। ਸੱਤਵਾਂ, ਨਿਰਗੁਣ ਪਰੰਪਰਾ ਦਾ ਕੁਦਰਤ ਦੀ ਡਾਇਲੈਕਟਸ ਨਾਲ ਸੰਬੰਧ ਕੀ ਹੈ, ਇਸ ਬਾਰੇ ਵੀ ਵਿਚਾਰ ਰੱਖੇ। ਹੋਰ ਕਈ ਕੁਝ ਹੋਇਆ। ਵਿਦਿਆਰਥੀਆਂ ਨੇ ਆਨੰਦ ਲਿਆ, ਅਧਿਆਪਕਾਂ ਨੇ ਮਾਣ ਮਹਿਸੂਸ ਕੀਤਾ। ਸ਼ੁਕਰੀਆ ਖਾਲਸਾ ਕਾਲਜ। ਨੈਕਸਟ, ਮੇਰੀ ਫੇਸਬੁੱਕ ਵਾਲ ਤੋਂ। ਟੇਸ਼ਨ ਵਾਲੀ ਬੀਬੀ ਦੇ ਹੱਥਾਂ ਦੀ 2 ਧਾਰੀ ਰੋਟੀ। ਕਈ ਵਾਰੀ ਦੋਸਤਾਂ ਨਾਲ ਬਿਤਾਏ ਪਲ ਇਤਿਹਾਸ ਹੀ ਬਣ ਜਾਂਦੇ ਨੇ। ਬਹੁਤ ਸਾਰੇ ਵਿਚਾਰ ਸਾਂਭਣ ਯੋਗ ਮਿਲ ਜਾਣ, ਮੁਹੱਬਤ ਮਿਲ ਜਾਏ ਤੇ ਨਾਲ ਹੀ ਖਾਣ ਨੂੰ ਕੁਝ ਅਜਿਹਾ ਜਿਹੜਾ ਤੁਹਾਡੇ ਲਈ ਅਚੰਭਿਤ ਕਰ ਦੇਣ ਵਾਲਾ ਹੋਏ ਤੇ ਪਕਾਉਣ ਪਰੋਸਣ ਵਾਲੇ ਦੇ ਹਿਰਦੇ ਵਿਚਲੀ ਮੁਹੱਬਤ ਦੀ ਨਿਸ਼ਾਨਦੇਹੀ ਕਰਨ ਵਾਲਾ, ਤਾਂ ਆਨੰਦ ਹੀ ਕੁਝ ਹੋਰ ਹੁੰਦਾ ਹੈ। ਮੇਰੇ ਦੋਸਤ ਹਰਦੀਪ ਗਿੱਲ ਤੇ ਅਨੀਤਾ ਦੇਵਗਨ ਨੇ ਕੱਲ੍ਹ ਸਵੇਰੇ ਨਾਸ਼ਤੇ ਉੱਤੇ ਸੱਦਿਆ ਸੀ। ਖਾਣੇ 'ਚ ਅਨੀਤਾ ਨੇ ਜਿਹੜੀ ਰੋਟੀ ਬਣਾਈ, ਉਹ ਸੀ ਤਾਂ ਕਣਕ ਦੀ, ਪਰ ਇੱਕ ਪਾਸੇ ਤੋਂ ਵੇਸਣ ਦੀ ਵੀ ਸੀ। ਇੱਕ ਰੋਟੀ ਦੇ 2 ਪਹਿਲੂ ਤੇ ਦੋਵਾਂ ਦਾ ਟੇਸਟ ਵੀ ਅਲੱਗ। ਯਾਰ, ਐਡੀ ਵੱਡੀ ਕਲਾਕਾਰ ਤੇ ਦੋਸਤਾਂ ਨਾਲ ਇੰਨੀ ਗੂੜ੍ਹਤਾ। ਬਹੁਤ ਆਨੰਦ ਆਇਆ। ਮਹਾਰਾਜ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ, ਸਾਨੂੰ ਇੰਝ ਹੀ ਨਾਸ਼ਤੇ ਵਗੈਰਾ ਤੇ ਬੁਲਾਉਂਦੇ ਰਹਿਣ। ਉਂਝ ਗੱਲਾਂ ਕਰਕੇ ਸਾਡਾ ਢਿੱਡ ਨਹੀਂ ਭਰਿਆ। ਟੇਸ਼ਨ ਅਨੀਤਾ ਹੋਰਾਂ ਦੀ ਤਾਜ਼ਾ ਰਿਲੀਜ਼ ਹੋਈ ਫਿਲਮ ਹੈ। ਮੇਰੀ ਫੇਸਬੁੱਕ ਵਾਲ ਤੋਂ। ਪ੍ਰੋਫੈਸਰ ਰਾਜਕੁਮਾਰ ਹੰਸ ਤੇ ਪ੍ਰੋਫੈਸਰ ਨੀਤੀ ਸਿੰਘ ਹੋਰਾਂ ਵੱਲੋਂ ਮੇਰੇ ਨਾਲ ਕੀਤੀ ਲੰਬੀ ਮੁਲਾਕਾਤ ਦਾ ਇੱਕ ਸਵਾਲ। ਅਸੀਂ ਇਹ ਵੀ ਵੇਖਦੇ ਹਾਂ ਕਿ ਸ਼ਾਂਤੀ ਪਰਵ ਨਾਵਲ 'ਚ ਜਿਹੜਾ ਪੋਰਸ਼ਨ ਤੁਸੀਂ ਸਬ ਟੈਕਸਟ ਵਾਲਾ ਲਿਆ ਹੈ, ਉਹ ਬੁੜਬੁੜ ਹੈ। ਇਹਦਾ ਕੀ ਰਹੱਸ ਹੈ? ਬੁੜਬੁੜ ਕੀ ਹੈ ਤੇ ਕਿਉਂ ਹੈ? ਕਾਲੀ,
ਬਹੁਤ ਹੀ ਵਧੀਆ ਸਵਾਲ ਹੈ। ਮੈਂ ਦੇਖ ਰਿਹਾ ਕਿ ਜਿਹੜੀਆਂ ਧਿਰਾਂ ਮਾਰਜਨਲਾਈਜ਼ਡ ਕਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਸੰਵਾਦ ਹੀ ਖਤਮ ਕਰ ਦਿੱਤਾ ਜਾਂਦਾ ਹੈ। ਡਾਇਲਾਗ ਹੀ ਕਿਸੇ ਨਾਲ ਨਹੀਂ। ਬੁੜਬੁੜ ਸ਼ਬਦ ਆਇਆ ਹੈ ਕਿਉਂਕਿ ਤਿੰਨੇ ਧਿਰਾਂ ਇੰਨੇ ਦੁਖਾਂਤ 'ਚ ਨੇ। ਇਹ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੀਆਂ, ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਹੇ ਨੇ ਜਿਵੇਂ ਨੀਮ ਪਾਗਲ ਹੋ ਗਏ ਹੋਣ। ਇਹ ਨੀਮ ਪਾਗਲ ਕਰ ਦਿੱਤੇ ਗਏ ਲੋਕ ਨੇ, ਦਲਿਤ, ਲੈਫਟ ਤੇ ਇੰਟੈਲੈਕਚੁਅਲ। ਮੇਰੀ ਸੁਸਾਇਟੀ 'ਚ ਮੈਂ ਇਹਨੂੰ ਫੜ ਰਿਹਾ, ਮੈਂ ਇਸ ਸਮੇਂ ਨੂੰ ਲਿਖ ਰਿਹਾ, ਉਹਨਾਂ ਨੂੰ ਸੰਵਾਦ 'ਚੋਂ ਬਾਹਰ ਕੱਢ ਦਿੱਤਾ। ਇਹ ਦੋਵੇਂ ਅਸ਼ੋਕ ਮੋਚੀ ਤੇ ਕੁਤਬਦੀਨ ਅੰਸਾਰੀ ਨਹੀਂ ਸਨ, ਤੈਨੂੰ ਭੁਲੇਖਾ ਹੈ। ਸਾਰਿਆਂ ਦੀ ਅੱਖ 'ਚ ਧੂੜ ਭੁੱਕ ਕੇ ਇਹ ਖੇਡ ਸਾਧੂ ਨੇ ਖੇਡੀ ਸੀ, ਉਸੇ ਸਾਧੂ ਨੇ ਨਹਿਰ ਕਿਨਾਰੇ ਜਿਹੜਾ ਕੁਟੀਆ ਪਾਈ ਬੈਠਾ ਹੈ। ਇਹ ਬਹੁਤ ਕਰਾਮਾਤੀ ਹੁੰਦੇ ਨੇ ਸਾਧੂ, ਕਿੱਥੇ ਕੀ ਕਰ ਦੇਣ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਂ, ਉਹੀ ਗੁਜਰਾਤੀ ਵਾਲੇ ਅੰਸਾਰੀ ਦੀ ਗੱਲ ਕਰ ਰਿਹਾ। ਇਹ ਉਹੀ ਸਾਧੂ ਸੀ ਤੇ ਜਿਹੜਾ ਮੋਚੀ ਸੀ ਉਹ ਦਰਸ਼ਨ ਸੀ, ਉਹੀ ਦਰਸ਼ਨ ਜਿਹਨੂੰ ਪਿੰਡ ਦੇ ਸਰਪੰਚ ਨੇ ਕੁੱਟਿਆ ਸੀ। ਇਹ ਦੋਵੇਂ ਹੀ ਸਨ, ਸਿਰਫ ਨਾਮ ਬਦਲ ਲਿਆ। ਦਰਸ਼ਨ ਅਸ਼ੋਕ ਮੋਚੀ ਹੋ ਗਿਆ, ਸਾਧੂ ਮੁਸਲਿਮ ਅੰਸਾਰੀ ਉਹੀ ਜਿਹਦੀਆਂ ਅੱਖਾਂ 'ਚ ਦਹਿਸ਼ਤ ਦੀ ਤਸਵੀਰ ਨੇ ਸੰਸਾਰ ਭਰ ਨੂੰ ਕੰਬਾ ਦਿੱਤਾ ਸੀ। ਉਹੀ ਮੋਚੀ ਜਿਹਦੀਆਂ ਅੱਖਾਂ ਦੀ ਵਹਿਸ਼ਤ ਨੇ ਸੰਸਾਰ ਕੰਬਣ ਲਾ ਦਿੱਤਾ ਸੀ। ਥਰ ਥਰ ਇਹ ਸਾਰਾ ਪ੍ਰੇਤਾਂ ਦਾ ਕੀਤਾ ਕਰਾਇਆ ਸੀ। ਮੋਚੀ ਕਦੋਂ ਚਾਹੁੰਦਾ ਸੀ ਕਿ ਉਹ ਇਸ ਬਲਦੀ 'ਚ ਤੇਲ ਬਣ ਕੇ ਆਵੇ, ਉਹਦੇ ਹੱਥ ਹਥਿਆਰਾਂ 'ਚ ਤਬਦੀਲ ਹੋ ਜਾਣ, ਲੋਹਾ ਬਣ ਜਾਣਾ ਹੱਥਾਂ ਦਾ, ਮੱਥੇ ਦਾ, ਅੱਖਾਂ ਦਾ। ਬਹੁਤ ਭਾਰਾ ਹੁੰਦਾ ਭਾਊ, ਬਹੁਤ ਭਾਰਾ। ਮੇਰੇ ਚਾਚੇ ਦੀ ਮੌਤ ਜਦੋਂ ਹੋਈ, ਹੁਮ ਨੇ ਸਾਹ ਕੱਢਣਾ ਲਿਆ ਹੋਇਆ ਸੀ। ਮੈਂ ਹੈਰਾਨ ਹੋ ਰਿਹਾ ਸੀ ਕਿ ਮੇਰੀ ਉਮਰ 45 ਸਾਲ ਦੀ ਹੋ ਗਈ ਏ, ਪਰ ਅੱਜ ਤੱਕ ਚਾਚੇ ਨਾਲ ਕਦੇ ਕਲਾਮ ਹੀ ਨਹੀਂ ਕੀਤੀ, ਨਾ ਹੀ ਉਹਨੇ ਕਦੇ ਲੋੜ ਸਮਝੀ। ਉਹਦੀ ਲਾਸ਼ ਨੂੰ ਮੋਢਾ ਦੇਣ ਦਾ ਮਨ ਬਿਲਕੁਲ ਨਹੀਂ ਬਣ ਰਿਹਾ ਸੀ। 2-3 ਵਾਰ ਮੇਰੀ ਭੈਣ ਨੇ ਇਸ਼ਾਰਾ ਵੀ ਕੀਤਾ ਪਰ ਨਹੀਂ ਮੰਨਿਆ ਮਨ। ਫਿਰ ਮੈਂ ਦੇਖਿਆ ਕਿ ਮੇਰਾ ਭਰਾ ਦੇਰ ਤੱਕ ਮੋਢਾ ਦੇ ਰਿਹਾ ਹੈ। ਮੈਨੂੰ ਉੱਤੇ ਤਰਸ ਆ ਗਿਆ, ਤਾਂ ਜਾ ਕੇ ਮੈਂ ਮੋਢਾ ਦਿੱਤਾ। ਮੇਰੀ ਭੈਣ ਦਾ ਸੁੱਖ ਦਾ ਸਾਹ ਮੈਂ ਉਦੋਂ ਸੁਣ ਸਕਦਾ ਸੀ। ਇਹ ਜੋ ਕੁਤਬਦੀਨ ਤੇ ਮੋਚੀ ਨੇ ਉੱਥੇ ਕੀਤਾ ਨਾ, ਇਹਨਾਂ ਦੇ ਪ੍ਰੇਤ ਸਨ ਜੋ ਇਹਨਾਂ ਅੰਦਰ ਆ ਵੜੇ ਸਨ। ਇਹਨਾਂ ਵਿਚਾਰਿਆਂ ਦੇ ਵੱਸ ਕਿੱਥੇ ਸੀ? ਤੇ ਖੇਡ ਸਾਰੀ ਰਚਾਈ ਸੀ ਉਸੇ ਸਾਧੂ ਨੇ। ਇਹ ਸਾਧੂ ਕਈ ਵਾਰ ਬਹੁਤ ਕੁਝ ਨੂੰ ਨੰਗਿਆ ਕਰਨ ਲਈ ਖੇਡ ਖੇਡਦੇ ਨੇ। ਕੁਤਬਦੀਨ ਵੀ ਖੁਦ ਹੀ ਬਣ ਗਿਆ ਤੇ ਦੱਸ ਦਿੱਤਾ ਕਿ ਇਹਦੇ 'ਚ ਆਏ ਪ੍ਰੇਤ ਸਦੀਆਂ ਤੋਂ ਇਸੇ ਖੌਫ 'ਚ ਵਿਚਰ ਰਹੇ ਨੇ। ਮਰ ਕੇ ਵੀ ਇਸ ਖਾਸ ਖੌਫ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ। ਤੇ ਜਦੋਂ ਇਹਨਾਂ ਲੋਕਾਂ ਦੇ ਤੇ ਪ੍ਰੇਤ ਆਤਮਾਵਾਂ ਦਾ ਪਹਿਰਾ ਹੁੰਦਾ ਹੈ, ਇਸੇ ਖੌਫ 'ਚ ਉਤਰ ਜਾਂਦੇ ਨੇ। ਸਦੀਆਂ ਤੋਂ ਇਹਨਾਂ ਦੀਆਂ ਅੱਖਾਂ ਖੌਫ ਜ਼ਦਾ ਨੇ। ਕੋਈ ਇਹਨਾਂ ਦੀਆਂ ਅੱਖਾਂ 'ਚ ਝਾਕੇਗਾ ਤਾਂ ਸਹਿਮ ਜਾਏਗਾ। ਨਹੀਂ ਝਾਕ ਸਕਦੇ ਤੁਸੀਂ ਇਹਨਾਂ ਦੀਆਂ ਅੱਖਾਂ 'ਚ। ਮੋਚੀ ਦੇ ਪ੍ਰੇਤ ਮੋਚੀ ਵਾਲੇ ਨਹੀਂ ਸਨ। ਇਹ ਖੇਡ ਵੀ ਉਸੇ ਸਾਧੂ ਦੀ ਸੀ। ਉਹਦੇ ਪ੍ਰੇਤ ਕਿਸੇ ਹੋਰ ਦੇ ਸਨ। ਉਹ ਤਾਂ ਜਿਸ ਬਸਤੀ 'ਚ ਰਹਿ ਰਿਹਾ ਸੀ, ਉੱਥੇ ਬਹੁਤੇ ਲੋਕ ਹੀ ਮੁਸਲਮਾਨ ਨੇ। ਉਹ ਕਦੋਂ ਅਜਿਹਾ ਕਰ ਸਕਦਾ ਸੀ, ਪਰ ਉਹਨੇ ਕੀਤਾ ਨਹੀਂ। ਉਹਦੇ ਤੋਂ ਕਿਸੇ ਹੋਰ ਪ੍ਰੇਤ ਨੇ ਕਰਾਇਆ, ਕੀਤਾ ਨਹੀਂ ਕਰਾਇਆ। ਉਹ ਤਾਂ ਜਿਵੇਂ ਅੱਗ ਬਣ ਗਿਆ ਹੋਵੇ। ਉਹਦਾ ਸਾਰਾ ਸਰੀਰ ਲੋਹੇ ਦਾ ਸੀ ਉਸ ਵਕਤ, ਤਿੱਖਾ, ਨੁਕੀਲਾ, ਤ੍ਰਿਸ਼ੂਲ ਵਾਂਗ ਨੁਕੀਲਾ। ਇਹ ਖੁੱਭ ਗਿਆ ਸੀ। ਇਹਦੀਆਂ ਅੱਖਾਂ ਦੇ ਸੇਕ ਨੇ ਮੀਡੀਆ ਦੇ ਕੈਮਰੇ ਫੂਕ ਸੁੱਟੇ। ਸਵੇਰੇ ਅਖਬਾਰਾਂ 'ਚ ਜਿਹੜੀ ਤਸਵੀਰ ਛਪੀ ਉਹ ਅਸ਼ੋਕ ਮੋਚੀ ਦੀ ਨਹੀਂ, ਕਿਸੇ ਵਿਸ਼ਾਲ ਦੈਂਤ ਦੀ ਸੀ। ਅੱਗ ਵਰਸ ਰਹੀ ਸੀ ਜਿਹਦੇ ਸਾਰੇ ਸਰੀਰ 'ਚੋਂ ਲੋਕ ਦਹਿਲ ਗਏ ਸਨ। ਮੈਂ ਬਿਲਕੁਲ ਸਹੀ ਆਖ ਰਿਹਾ, ਇਹ ਪ੍ਰੇਤਾਂ ਦੀ ਖੇਡ ਹੁੰਦੀ ਹੈ, ਨਹੀਂ ਤਾਂ ਇਹਨਾਂ ਦੋਵਾਂ ਨੂੰ ਤਾਂ ਖਬਰ ਹੀ ਨਹੀਂ ਸੀ। ਸਭ ਕੋਈ ਹੋਰ ਖੇਡ ਰਿਹਾ ਸੀ। ਜੇ ਯਕੀਨ ਨਹੀਂ ਤਾਂ ਜਾ ਕੇ ਦੇਖ ਹੁਣ ਉਹਨਾਂ ਨੂੰ ਗੁਜਰਾਤ 'ਚ। ਉਹ ਤਾਂ ਘਿਓ ਖਿਚੜੀ ਨੇ। ਮੋਚੀ ਨੇ ਉਸ ਤੋਂ ਬਾਅਦ ਬੜੀ ਮਿਹਨਤ ਕੀਤੀ, ਪਛਤਾਵਾ ਕੀਤਾ। ਉਹਨੇ ਆਪਣਾ ਸੁਪਨਾ ਪੂਰਾ ਕੀਤਾ, ਜੁੱਤੀਆਂ ਦੀ ਦੁਕਾਨ ਪਾਉਣ ਦਾ। ਦੁਕਾਨ ਪਾ ਕੇ ਉਹਨੇ ਉਦਘਾਟਨ ਅੰਸਾਰੀ ਕੋਲੋਂ ਕਰਵਾਇਆ। ਖਬਰ ਆਈ ਏ, ਲੋਕ ਜਾਣਦੇ ਨੇ, ਉਹ ਦੋਵੇਂ ਇਕੱਠੇ ਵਿਚਰਦੇ ਨੇ ਇੱਧਰ ਉੱਧਰ 100 ਜਗ੍ਹਾ ਇੱਕੋ ਸਕੂਟੀ ਤੇ। ਕੀ ਕਹੇਗਾ? ਪਰ ਅੰਸਾਰੀ ਦੇ ਪ੍ਰੇਤ ਅਜੇ ਉਹਦਾ ਪਿੱਛਾ ਨਹੀਂ ਛੱਡ ਰਹੇ। ਉਹ ਉਸ ਖੌਫ 'ਚ ਨਹੀਂ ਨਿਕਲ ਪਾ ਰਿਹਾ। ਇਹ ਹੌਲਨਾਕ ਏ। ਮੈਂ ਕਈ ਵਾਰ ਉਹਨੂੰ ਮਿਲਿਆ। ਮੈਂ ਤੇ ਰੋਹਿਤ ਵੇਮੁਲਾ ਉਹਨੂੰ ਇਕੱਠੇ ਮਿਲੇ ਸੀ, ਉਹਦੇ ਨਾਲ ਗੱਲਾਂ ਕੀਤੀਆਂ ਸਨ। ਉਹ ਰੋ ਪਿਆ ਸੀ। ਉਹਦਾ ਰੋਣਾ ਸਾਥੋਂ ਝੱਲਿਆ ਨਹੀਂ ਸੀ ਗਿਆ। ਮੈਂ ਰੋਹਿਤ ਦਾ ਆਤਮ ਹੱਤਿਆ ਕਰ ਜਾਣਾ ਜਰ ਗਿਆ, ਪਰ ਅੰਸਾਰੀ ਦੇ ਹੰਝੂ ਅਜੇ ਵੀ ਰਾਤਾਂ ਨੂੰ ਬੇਚੈਨ ਕਰ ਜਾਂਦੇ ਨੇ। ਕਈ ਜ਼ਖਮ ਜਿਵੇਂ ਅਸ਼ਵਥਾਮਾ ਦੇ ਹੋਣ ਤਮਾਮ ਉਮਰ ਨਹੀਂ ਭਰਦੇ। ਉਹ ਭਾਵੇਂ ਅਮਰ ਹੈ, ਪਰ ਕਹਿੰਦੇ ਨੇ ਹੱਥ 'ਚ ਮੱਲਮ ਵਾਲਾ ਕੌਲਾ ਲਈ ਜ਼ਖਮ ਨੂੰ ਭਰਨ ਦੀ ਉਡੀਕ 'ਚ ਹੀ ਭਟਕ ਰਿਹਾ। ਦਰਸ਼ਨ ਦਾ ਜ਼ਖਮ ਨਹੀਂ ਭਰ ਰਿਹਾ ਵਿਚਾਰਾ ਅੰਸਾਰੀ। ਇਹ ਉਦਾਸੀ ਸਾਧੂ ਬਹੁਤ ਅਨੁਭਵੀ ਹੁੰਦੇ ਨੇ। ਗੁਰਬਾਣੀ ਦੀ ਲੋਚ 'ਚੋਂ ਲੰਘਦੇ ਵਿਦਵਾਨ, ਗੁਣੀ, ਧੁਰ ਪਹੁੰਚੇ ਹੋਏ।
ਉਹੀ ਕੁਟੀਆ ਵਾਲੇ ਸਾਧੂ ਇੱਕ ਦਿਨ ਮੈਨੂੰ ਗੁਰੂ ਨਾਨਕ ਬਾਣੀ ਬਾਰੇ ਦੱਸ ਰਹੇ ਸਨ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਆਏ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵਡ ਉੱਚਾ ਹੋਵੇ ਕੋਈ, ਤਿਸ ਸੂਚੇ ਕੋ ਜਾਣੈ ਸੋਏ, ਜੇ ਵਡ ਆਪ ਜਾਣਿਆ ਪਾਪ, ਨਾਨਕ ਨਦਰੀ ਕਰਮੀ ਦਾਤ। ਇਸ ਪੌੜੀ ਦੀਆਂ 6 ਸ਼ਾਖਾਵਾਂ ਨੇ। ਇੱਕ ਪੇੜ ਦੀਆਂ ਸ਼ਾਖਾਵਾਂ ਹੁੰਦੀਆਂ ਜਿਵੇਂ, ਕਿਸੇ ਸਿਧਾਂਤ ਦੇ ਨੁਕਤੇ ਹੁੰਦੇ ਨੇ ਜਿਵੇਂ 6 ਨੁਕਤੇ ਨੇ। 6 ਕੋਣ ਨੇ ਕਿਸੇ ਵੀ ਨੁਕਤੇ ਨੂੰ ਸਮਝਣ ਦੇ, ਜਾਵੀਏ ਨੇ। 6 ਤਰੀਕੇ ਨੇ ਕੁਝ ਐਕਸਪਲੇਨ ਕਰਨ ਦੇ, 6 ਰਾਹ ਨੇ, 6 ਸੂਰਜ ਨੇ। ਫਲਸਫਾਈ ਚਮਕ ਮਾਰ ਰਹੇ। ਹਾਂ, ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੂਰਜ ਹੀ ਨੇ, ਰਾਹ ਦਸੇਰੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਕ ਪੈਦਾ ਕਰਨ ਦੀ ਸ਼ਕਤੀ ਰੱਖਣ ਵਾਲੇ। ਇਹਨਾਂ 6 'ਚ ਜੋ ਇਸ਼ਾਰੇ ਨੇ, ਸੈਨਤਾ ਨੇ, ਉਹਨਾਂ ਦਾ ਨਿੱਕਾ ਜਿਹਾ ਹਵਾਲਾ ਦੇਖਦੇ ਹਾਂ। ਪਹਿਲੇ ਨੁਕਤੇ 'ਚ ਬੰਦੇ ਦੇ ਅੰਤਰ 'ਚ ਪੈਦਾ ਜਿਗਿਆਸਾ ਹੈ। ਉਸੇ ਜਿਗਿਆਸਾ ਨੇ ਉਹਦਾ ਫਲਸਫੇ ਵੱਲ ਰਾਹ ਖੋਲ੍ਹਣਾ ਹੈ। ਉਹ ਹੈ ਕੀ? ਕੁਦਰਤ ਕੀ ਹੈ? ਕੁਦਰਤ ਦਾ ਵਿਕਾਸ ਕੀ ਹੈ? ਉਹਦੀ ਸਿਫਤ ਕੀ ਹੈ? ਉਹ ਕਿਵੇਂ ਕਰਦਾ ਹੈ? ਰਚਨਾ ਦਾ ਆਧਾਰ ਕੀ ਹੈ? ਕਿਵੇਂ ਰਚਿਆ ਗਿਆ ਇਹ ਸਾਰਾ ਸੰਸਾਰ? ਕਿਵੇਂ ਉਹ ਦੇ ਰਿਹਾ, ਯੁੱਗਾਂ ਯੁੱਗਾਂ ਤੋਂ ਦੇ ਰਿਹਾ। ਲੈਣ ਵਾਲਾ ਥੱਕ ਗਿਆ, ਪਰ ਉਹਦਾ ਭੰਡਾਰ ਅਮੁੱਕ ਹੈ। ਉਹਦੇ ਦੇਣ ਦਾ ਅੰਤ ਨਹੀਂ। ਵੇਖੀ ਜਾਓ ਜਿੱਥੇ ਤੱਕ ਨਜ਼ਰ ਜਾਂਦੀ ਹੈ, ਅਨੰਤ ਹੈ, ਕੋਈ ਕਿਨਾਰਾ ਨਹੀਂ। ਲੱਖਾਂ ਆਕਾਸ਼ ਨੇ, ਪਤਾਲ ਨੇ, ਧਰਤੀਆਂ ਨੇ, ਚੰਦਰਮਾ ਨੇ, ਤਾਰੇ ਨੇ, ਅਨੰਤ ਅਸੀਮ ਹੈ ਸਭ ਕੁਝ। ਉਹਦੇ ਮਨ ਦੀ ਵੀ ਕੋਈ ਥਾਂ ਨਹੀਂ, ਕੋਈ ਅੰਤ ਨਹੀਂ। ਉਹ ਕੀ ਚਾਹੁੰਦਾ ਹੈ, ਕੀ ਕਰ ਦਿੰਦਾ, ਕੋਈ ਅੰਤ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਤੇ ਇਹ ਉਹ ਹੈ ਜਿਹਨੂੰ ਕੋਈ ਵੀ ਮਨੁੱਖ ਚਿਤਵਦਾ ਹੈ। ਇਹ ਚਿਤਵਣਾ ਬਹੁਤ ਲਾਜ਼ਮੀ ਹੈ। ਬੰਦੇ ਦੇ ਮਨ 'ਚ ਜਿਗਿਆਸਾ ਜਾਗੀ ਹੈ। ਗੁਰੂ ਸਾਹਿਬ ਉਸ ਜਿਗਿਆਸਾ ਨੂੰ ਜਗਾ ਰਹੇ ਨੇ, ਜਾਗ ਰਹੀ ਹੈ ਦਵੱਲੀ ਖਿੱਚ। ਉਹ ਜਗਾ ਵੀ ਰਹੇ ਨੇ ਖੁਦ, ਉਸ ਆਨੰਦ 'ਚ ਘੁਲ ਮਿਲ ਵੀ ਰਹੇ ਨੇ। ਉਹ ਕਿਤੇ ਅੰਤਰ ਧਿਆਨ ਹੋ ਕੇ ਉਹਦੀ ਸਿਫਤ ਨੂੰ ਮਹਿਸੂਸ ਵੀ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਧੁਰ ਡੂੰਘ 'ਚ ਕਿਤੇ ਨੀਝ ਵੀ ਪਈ ਹੁੰਦੀ ਹੈ। ਇਸ ਬਾਣੀ ਦੀ ਖੂਬਸੂਰਤੀ ਨੂੰ ਹੋਰ ਗਹਿਰਾਈ ਦਿੰਦੀ ਹੈ ਨੀਝ। ਦੂਸਰਾ ਨੁਕਤਾ ਫਿਰ ਉਸ ਕੁਦਰਤ ਦਾ ਬਲਿਹਾਰ ਗੁਣ ਹੈ। ਉਹਨੂੰ ਸਮਝਿਆ ਗਿਆ ਇਹ ਜੋ ਅਨੰਤ ਆਕਾਰ ਹੈ, ਇਹਦਾ ਕੀਤਾ ਜਾਣਾ ਕਿਵੇਂ ਸੰਭਵ ਹੋਇਆ। ਇਹ ਫਿਰ ਕੁਦਰਤ ਦੇ ਕ੍ਰਿਸ਼ਮੇ ਦੇ ਬਲਿਹਾਰ ਜਾਣ ਵਾਲੀ ਹਾਲਤ ਹੈ। ਕਿਆ ਬਾਤ ਹੈ। ਅਸ਼ਕੇ ਕੁਝ ਅਜਿਹੇ ਵੀ ਭਾਵ ਨੇ, ਤੇਰਾ ਤੂੰ ਹੀ ਜਾਣੇ। ਕਿਵੇਂ ਆਕਾਰ ਹੋਏ, ਕਿਵੇਂ ਪਾਰਾਵਾਰ ਨਹੀਂ, ਸੋਚਿਆ ਵੀ ਨਹੀਂ ਜਾ ਸਕਦਾ, ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਕੋਈ ਸੋਚ ਵੀ ਕਿਵੇਂ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਇਹ ਵੀ ਨੀਝ ਹੀ ਹੈ। ਅੱਖਾਂ ਦੀ ਮੁੰਦਾਵਣੀ ਦੀ ਮਹਿਕ ਤੁਹਾਡੇ ਚੁਫੇਰੇ ਫਿਰ ਜਾਂਦੀ ਹੈ। ਗੁਰੂ ਸਾਹਿਬ ਜਿਵੇਂ ਅੱਖਾਂ ਮੁੰਦੀ ਉਹਦੀ ਸਿਫਤ ਨੂੰ ਨਿਹਾਰ ਰਹੇ ਨੇ, ਉਹਦੇ ਬਲਿਹਾਰ ਜਾ ਰਹੇ ਨੇ। ਤੀਸਰਾ ਨੁਕਤਾ ਫਿਰ ਮਨੁੱਖੀ ਮਨ ਦੀ ਜਗਿਆਸਾ ਦਾ ਸਿਖਰ ਹੈ। ਪਹਿਲਾਂ ਉਹ ਇਸ ਕੁਦਰਤ ਦੇ ਪਸਾਰ ਦੀ ਅਨੰਤਤਾ ਨੂੰ ਸਮਝ ਰਿਹਾ ਹੈ, ਫਿਰ ਉਹਦੇ ਅਨੰਤ ਹੋ ਜਾਣ ਦੇ ਕਾਰਜ ਨੂੰ ਸਿਜਦਾ ਕਰਦਾ ਹੈ, ਫਿਰ ਉਹਦੇ ਅੰਤਰ 'ਚ ਕਿਤੇ ਬੈਰਾਗ ਜਾਗਿਆ ਹੈ। ਇਹ ਤੀਸਰੀ ਸਟੇਜ ਹੈ ਜਗਿਆਸਾ ਦੀ। ਬੈਰਾਗ ਉਹਦੇ ਅੰਦਰ ਕੋਈ ਤੜਪਿਆ ਹੈ। ਸਤਿਗੁਰੂ ਦੇ ਵਾਸਤੇ ਸ਼ਬਦ ਇਸਤੇਮਾਲ ਕਰਦੇ ਨੇ ਬਿਲਾਹੇ। ਇਹ ਬਹੁਤ ਪਿਆਰਾ ਸ਼ਬਦ ਹੈ। ਜਦੋਂ ਕੋਈ ਆਪਣੇ ਪ੍ਰੀਤਮ ਲਈ ਤੜਪਦਾ, ਵਿਲਕਦਾ, ਅਜਿਹੀ ਭਾਵਨਾ ਹੀ ਬੰਦੇ ਨੂੰ ਕੁਦਰਤ ਨਾਲ ਜੋੜਦੀ ਹੈ। ਉਹਦੇ ਅੰਤ ਦੀ ਥਾਂ ਪਾਉਣ ਲਈ ਤੜਪ ਬਹੁਤ ਲਾਜ਼ਮੀ ਹੈ। ਉਹ ਤੜਪ ਰਿਹਾ ਹੈ। ਸਤਿਗੁਰੂ ਨਾਨਕ ਬੰਦੇ ਅੰਦਰ ਤੜਪ ਪੈਦਾ ਕਰ ਰਹੇ ਨੇ। ਕਦੇ ਮਹਿਸੂਸ ਕਰਨਾ ਕਿ ਕਿਵੇਂ ਸ਼ਬਦ ਰਾਹੀਂ ਬੰਦੇ ਅੰਦਰ ਗੁਰੂ ਨਾਨਕ ਦੇਵ ਜੀ ਤੜਪ ਪੈਦਾ ਕਰ ਦਿੰਦੇ ਨੇ। ਬੰਦਾ ਭਾਵੁਕ ਹੋ ਵਹਿ ਤੁਰਦਾ ਹੈ। ਇਹੀ ਤੜਪ ਜਗਾ ਰਹੇ ਨੇ ਉਹ। ਅੰਤ ਕਾਰਨ ਕੀਤੇ ਬਿਲ ਆਏ, ਤਾਂ ਕਿ ਅੰਤ ਨਾ ਪਾਏ ਜਾਏ। ਪਰ ਫਿਰ ਕੀ ਹੈ ਕਿ ਅੰਤ ਤਾਂ ਪਾਇਆ ਹੀ ਨਹੀਂ ਜਾ ਰਿਹਾ। ਪਰ ਇੱਥੇ ਇਹ ਨਹੀਂ ਹੈ, ਜੇਕਰ ਪਾਇਆ ਨਹੀਂ ਜਾ ਰਿਹਾ ਤਾਂ ਜੋ ਅਭਿਆਸ ਹੋ ਰਿਹਾ ਉਹਦਾ ਕੋਈ ਅਰਥ ਹੀ ਨਹੀਂ ਹੈ। ਇਹ ਜੋ ਤੜਪ ਗੁਰੂ ਸਾਹਿਬ ਨੇ ਪੈਦਾ ਕੀਤੀ ਹੈ, ਜਦੋਂ ਸਿਖਰ ਤੇ ਪਹੁੰਚੇਗੀ ਤਾਂ ਮੁਕਤੀ ਵੱਲ ਵਧੇਗੀ। ਅੱਗਾਂ ਚੌਥਾ ਨੁਕਤਾ ਉੱਭਰਦਾ ਹੈ। ਕੀ ਮਹਿਸੂਸ ਕਰਦੇ ਹੋ ਕਿ ਜਿੰਨਾ ਵੀ ਕਹਿ ਲਿਆ ਬਹੁਤ ਕਹਿ ਲਿਆ, ਪਰ ਉਹ ਤਾਂ ਉਹਦੇ ਤੋਂ ਵੀ ਅੱਗੇ ਹੈ। ਪਹਿਲਾਂ ਹੀ ਗੁਰੂ ਸਾਹਿਬ ਕਹਿ ਚੁੱਕੇ ਨੇ ਕਿ ਕਹੋਗੇ ਤਾਂ ਪਛਤਾਓਗੇ। ਇਸ ਵਾਸਤੇ ਆਤਮ ਸਮਰਪਣ ਹੀ ਕਾਫੀ ਹੈ। ਪਰ ਆਤਮ ਸਮਰਪਣ ਕਿਸੇ ਰਸਤੇ 'ਚੋਂ ਲੰਘੇ ਬਗੈਰ ਹੋ ਨਹੀਂ ਸਕਣਾ। ਗੁਰੂ ਸਾਹਿਬ 6 ਰਸਤੇ ਸਮਝਾਉਂਦੇ ਨੇ ਜਿਨ੍ਹਾਂ ਰਾਹੀਂ ਲੰਘਣਾ ਹੈ ਤੇ ਮੰਜ਼ਿਲ ਸਰ ਕਰਨੀ ਹੈ। ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਇਹਨੂੰ ਇਹ ਨਹੀਂ ਜਾਣ ਸਕਦੇ। ਬਹੁਤਾ ਕਹਿੰਦੇ ਉਹ ਹੋਰ ਅਗਾਂਹ ਨਜ਼ਰ ਆਉਣ ਲੱਗ ਜਾਂਦਾ ਹੈ। ਇਸ ਅਵਸਥਾ ਤੱਕ ਆਉਣਾ ਹੈ, ਬੌਰੀ ਅਵਸਥਾ, ਪਿਆਸ ਵਾਲੀ ਅਵਸਥਾ, ਮੁੱਕਦੀ ਨਹੀਂ।
ਹੌਲੀ ਹੌਲੀ ਤੁਹਾਡੇ ਅੰਤਰ 'ਚ ਕੁਝ ਘਟਿਤ ਹੋਏਗਾ। ਤੁਸੀਂ ਇਸ ਅਵਸਥਾ 'ਚ ਹੋਵੋਗੇ ਤਾਂ ਕੋਈ ਬੂਟੀ ਅੰਤਰ 'ਚ ਮੁਸ਼ਕ ਮਚਾਏਗੀ, ਕੋਈ ਫੁੱਲ ਖਿੜੇਗਾ। ਅੰਤਰ 'ਚ ਕਿਤੇ ਅੰਤ ਨਹੀਂ ਹੈ। ਬਹੁਤਾ ਕਹਿੰਦੇ ਆ ਹੋਰ ਬਹੁਤਾ ਨਿਕਲ ਆਉਂਦਾ ਹੈ। ਪੌੜੀ ਹੋਰ ਗਹਿਰੀ ਅਵਸਥਾ 'ਚ ਉਤਰ ਜਾਣ ਵੱਲ ਇਸ਼ਾਰਾ ਕਰ ਰਹੀ ਹੈ। ਗੁਰੂ ਨਾਨਕ ਦੇਵ ਬਹੁਤ ਗਹਿਰੇ ਉਤਰ ਗਏ ਨੇ। ਦੋ ਤਰ੍ਹਾਂ ਸਮਝਣਾ ਇਸ ਪੌੜੀ ਨੂੰ। ਇੱਕ ਆਪ ਖੁਦ ਉਸ ਅਵਸਥਾ ਦਾ ਅਭਿਆਸ ਕਰਨਾ ਤੇ ਦੂਜਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਇਸ ਅਵਸਥਾ 'ਚ ਉਤਰਦਿਆਂ ਮਹਿਸੂਸ ਕਰਨਾ। ਉਹਨਾਂ ਦਾ ਜ਼ਾਹਰਾ ਰੂਪ ਤੱਕ ਤੁਸੀਂ ਮਹਿਸੂਸ ਕਰ ਸਕਦੇ ਹੋ। ਜ਼ਰਾ ਅੰਤਰ 'ਚ ਉਤਰ ਕੇ ਤਾਂ ਦੇਖੋ। ਅਗਲੀ ਅਵਸਥਾ ਉਸ ਅੱਗੇ ਹਥਿਆਰ ਸੁੱਟ ਦੇਣ ਦੀ ਹੈ। ਇਹ ਕਹਿ ਦੇਣ ਦੀ ਕਿ ਤੂੰ ਹੀ ਜਾਣ ਸਕਦਾ ਹੈ, ਬਸ ਸਿਰਫ ਤੇ ਸਿਰਫ ਤੂੰ। ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾ। ਇਹ ਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਉਹ ਵੱਡਾ ਹੈ, ਉਹਦਾ ਸਥਾਨ ਵੱਡਾ ਹੈ। ਹੁਣ ਜਿਹਨੇ ਜਾਣਨਾ ਹੈ ਉਹ ਓਡਾ ਵੱਡਾ ਹੀ ਹੋਏਗਾ ਤਾਂ ਹੀ ਜਾਣ ਸਕਦਾ। ਕੀ ਕੋਈ ਹੋ ਸਕਦਾ ਓਡਾ ਵੱਡਾ? ਹਾਂ, ਹੋ ਸਕਦਾ। ਇਹ ਵੀ ਅਵਸਥਾ ਹੈ ਤੇ ਉਹੀ ਬਲੀਨਤਾ ਵਾਲੀ ਅਵਸਥਾ ਹੈ ਜਿਹਨੂੰ ਸਤਿਗੁਰੂ ਰਵਿਦਾਸ ਤੋਂ ਹੀ ਮੋਹੀ ਤੋਂ ਹੀ ਅੰਤਰ ਕੈਸਾ ਨਾਲ ਸੰਬੋਧਨ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਅਵਸਥਾ ਵੱਲ ਇਸ਼ਾਰਾ ਕਰ ਰਹੇ ਨੇ। ਉਹੀ ਜਾਣ ਸਕਦਾ ਹੈ। ਹਾਂ, ਇਹ ਹੈ ਕਿ ਜਾਣ ਜ਼ਰੂਰ ਸਕਦਾ ਹੈ। ਆਖਰੀ ਜੋ ਨੁਕਤਾ ਹੈ, ਜੋ ਰਾਹ ਹੈ, ਉਹ ਤੁਹਾਨੂੰ ਸਿਖਰ ਤੇ ਲੈ ਗਿਆ। ਤੁਸੀਂ ਸਮਝਣ ਲੱਗ ਪਏ ਹੋ ਜਿਹੜਾ ਆਪ ਹੈ ਆਪ ਹੀ ਜਾਣ ਸਕਦਾ ਹੈ। ਇਹ ਵਿਲੀਨਤਾ ਤੱਕ ਦਾ ਸਫ਼ਰ ਹੈ। ਗੁਰੂ ਨਾਨਕ ਦੇਵ ਜੀ ਦੇ ਜਲ 'ਚ ਜਲ ਹੋ ਜਾਣ ਵਾਲਾ ਅਹਿਸਾਸ ਹੈ। ਕੁਦਰਤ 'ਚ ਕੁਦਰਤ ਹੋ ਜਾਣ ਵਾਲਾ ਜੇਵਡ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ। ਅਤੇ ਇਹ ਜੋ ਅਵਸਥਾ ਹੈ ਇਹ ਫਿਰ ਉਹਦੀ ਨਦਰ ਕਰਕੇ ਸੰਭਵ ਹੈ। ਜੇਕਰ ਉਹਦੀ ਮਿਹਰ ਹੋ ਗਈ, ਉਹਨੇ ਕਿਤੇ ਦਇਆ ਕਰ ਦਿੱਤੀ, ਫਿਰ ਇਸ ਅਵਸਥਾ ਨੂੰ ਪਾਇਆ ਜਾ ਸਕਦਾ ਹੈ। ਪਰੰਤੂ ਇੱਥੇ ਤੱਕ ਨਦਰ ਤੱਕ ਪਹੁੰਚਣ ਲਈ ਗੁਰੂ ਸਾਹਿਬ ਇਸ ਪੌੜੀ ਰਾਹੀਂ ਬੰਦੇ ਨੂੰ ਐਨ ਕਿਨਾਰੇ ਲੈ ਜਾਂਦੇ ਨੇ ਜਿੱਥੇ ਨਦਰ ਸੰਭ ਹੈ, ਉਸ ਮੁਕਾਮ 'ਚ ਜਿੱਥੇ ਨੂਰ ਵਰਸਦਾ ਹੈ। ਅਸੀਂ ਗੁਰੂ ਨਾਨਕ ਦੇਵ ਜੀ ਤੇ ਨੂਰ ਵਰਸਦਾ ਮਹਿਸੂਸ ਕਰਨ ਲੱਗਦੇ ਹਾਂ। ਹਾਂ ਭਾਊ, ਇਹ ਇੰਜ ਹੀ ਕੀਲ ਲੈਂਦੇ ਨੇ। ਇੱਕ ਹੋਰ ਸੁਣ, ਇਹ ਕੋਈ ਗੁਰੂ ਨਾਨਕ ਤੇ ਨਹੀਂ ਸਨ ਬੋਲ ਰਹੇ। ਇਹ ਸਾਨੂੰ ਯਹੂਦੀ ਬਣਾਉਣਾ ਚਾਹੁੰਦੇ ਨੇ। ਧਰਮ ਪਰਿਵਰਤਨ ਉਹਨਾਂ ਨੂੰ ਇਹਨਾਂ ਦਾ ਛੜਯੰਤਰ ਦੁਖੀ ਕਰੇਗਾ। ਇਹ ਉਹਨਾਂ ਦਾ ਅੰਨਾ ਕਤਲ ਕਰਨਗੇ, ਪਰ ਇਹਦੀ ਖਲੜੀ 'ਚ ਕਿਤੇ ਭੈ ਨਹੀਂ। ਯਹੂਦੀ ਦੀਆਂ ਯਾਤਨਾਵਾਂ ਆਪਣੇ ਪਿੰਡੇ ਤੇ ਸਹਾਰਦਿਆਂ ਇਹ ਇਵੇਂ ਖੰਗੜ ਹੋ ਗਏ ਨੇ। ਇਹਨਾਂ ਦੇ ਭੇਤ ਨਹੀਂ ਕੋਈ ਜਾਣ ਸਕਦਾ। ਹੁਣ ਮੈਂ ਤੈਨੂੰ ਇੱਕ ਰਹੱਸ ਦੀ ਗੱਲ ਦੱਸਦਾ। ਦਰਸ਼ਨ ਨੂੰ ਕਾਮਰੇਡਾਂ ਕੋਲੇ ਹੀ ਲੈ ਕੇ ਗਏ ਨੇ। ਬਹੁਤ ਦੋਸਤ ਨੇ ਇਹਨਾਂ ਦੇ ਕਾਮਰੇਡ। ਉਹ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਦੇ ਨੇ। ਇਹ ਉੱਥੇ ਜਾ ਕੇ ਗਾ ਕੇ ਵੀ ਆਉਂਦੇ ਨੇ। ਉੱਥੇ ਇਨਕਲਾਬੀ ਗੀਤ ਗਾਉਂਦੇ ਨੇ। ਉਂਝ ਇਹਨਾਂ ਨੂੰ ਕੋਈ ਵੱਡੇ ਤੋਂ ਵੱਡਾ ਡੇਰੇਦਾਰ ਬਾਬਾ ਵੀ ਕਹੇ ਕਿ ਸਾਡੇ ਕੀਰਤਨ ਕਰਨ ਆ ਜਾਣਾ ਤਾਂ ਕਹਿਣਗੇ ਮੈਂ ਆਪਣੀ ਰੂਹ ਲਈ ਗਾਉਂਦਾ। ਤੁਹਾਨੂੰ ਸ਼ਾਸਤਰੀ ਸੰਗੀਤ ਦੀ ਕੀ ਸਮਝ? ਪਰ ਉੱਥੇ ਮਜ਼ਦੂਰਾਂ ਦੇ ਇਕੱਠ 'ਚ ਅੱਤ ਦੀ ਗਰਮੀ 'ਚ ਸਟੇਜ 'ਤੇ ਧੁੱਪੇ ਬਹਿ ਕੇ ਗਾਉਂਦੇ ਨੇ। ਮਜ਼ਦੂਰ ਇਹਨਾਂ ਨੂੰ ਪੈਸੇ ਦਿੰਦੇ ਨੇ। ਇਹ ਇਹਨਾਂ ਦੇ ਮਾਰਚ ਵਾਲੇ ਰਾਹ 'ਚ ਪਾਣੀ ਦੀ ਛਬੀਲ ਲਾ ਦਿੰਦੇ ਨੇ। ਇਹਨਾਂ ਨੇ ਦਰਸ਼ਨ ਨੂੰ ਮਿਲਾਇਆ ਕਾਮਰੇਡਾਂ ਨਾਲ, ਉਹਦੇ ਜ਼ਖਮ ਦਾ ਇਲਾਜ ਕਰਵਾਇਆ। ਫਿਰ ਇਸ ਹਲਕੇ ਦੇ ਗਰੀਬ ਲੋਕਾਂ, ਛੋਟੇ ਕਿਸਾਨਾਂ ਨਾਲ ਵੀ ਮੀਟਿੰਗਾਂ ਕੁਟੀਆਂ 'ਚ ਹੀ ਕਰਵਾਤੀਆਂ। ਦਿਨਾਂ 'ਚ ਖੜਾ ਕਰਤਾ ਦਰਸ਼ਨ ਨੂੰ। ਦਰਸ਼ਨ ਅੱਜ ਹੋਰ ਕੱਲ੍ਹ ਹੋਰ। ਉਹਨੂੰ ਪੁਲਿਸ ਮੂਹਰੇ ਬੋਲਣ ਜੋਗਾ ਕਰਤਾ। ਵੱਡੇ ਵੱਡੇ ਅਫਸਰ ਮਿਲਾਤੇ। ਉਹਨੇ ਕਲੋਨੀਆਂ ਵਾਲਾ ਮਸਲਾ ਖੜਾ ਕਰਤਾ। ਪਿੰਡ ਦੀ ਪੰਚਾਇਤ ਮੂਹਰੇ ਲਾ ਲਈ। ਸਾਧੂ ਨੇ ਕੁਝ ਜੱਟ ਉਹਦੇ ਨਾਲ ਤੋਰ ਤੇ ਪਿੰਡ 'ਚ ਦਫੇੜ ਪੈ ਗਈ। ਦਰਸ਼ਨ ਦੀ ਅੱਖ ਹੋਰ ਚਮਕ ਪਈ। ਆਲੇ ਦੁਆਲੇ ਦੇ ਪਿੰਡਾਂ ਦੇ ਮਸਲੇ ਦਰਸ਼ਨ ਕੋਲ ਆ ਕੇ ਸੁਲਝਣ ਲੱਗੇ। ਦਰਸ਼ਨ ਸਾਧੂ ਕੋਲ ਆ ਕੇ ਤਰਾਸ਼ਿਆ ਜਾਣ ਲੱਗਾ। ਗਦਰ ਗੁੰਜਾਂ ਦੇ ਪਾਠ ਦੇ ਨਾਲ ਨਾਲ ਸੰਤ ਰਾਮ ਉਦਾਸੀ ਦੇ ਗੀਤ ਗੂੰਜੇ। ਲੋਕਾਂ ਨੇ ਤਾੜੀਆਂ ਮਾਰੀਆਂ। ਦਰਸ਼ਨ ਖਿੜ ਉੱਠਿਆ। ਸਾਧੂ ਨੇ ਅਸੀਸ ਦਿੱਤੀ। ਨਹਿਰ ਨੇ ਸੱਪ ਉਗਲੱਛਿਆ। ਜੱਟ ਬਹੁਤ ਔਖੇ ਨੇ ਪਰ ਪੰਗਾ ਨਹੀਂ ਲੈ ਸਕਦੇ ਇਹਨਾਂ ਨਾਲ, ਡਰਦੇ ਨੇ। ਇਹਨਾਂ ਸਾਧੂਆਂ ਤੋਂ ਇੰਝ ਹੀ ਹਲਕੇ ਲੋਕ ਡਰਦੇ ਨੇ। ਇਹ ਗਰੀਬ ਨਿਵਾਜ਼ ਹੁੰਦੇ ਨੇ। ਉਦਾਸੀ ਸਾਧੂ ਗਰੀਬ ਨਿਵਾਜ਼ ਹੁੰਦੇ ਨੇ। ਨੈਕਸਟ, ਮੇਰੀ ਫੇਸਬੁੱਕ ਵਾਲ ਤੋਂ ਕੁਦਰਤ ਦੀ ਚਲਾਕੀ, ਪ੍ਰੋਫੈਸਰ ਕੁਲਵੀਰ ਤੇ ਵਣ ਤ੍ਰਿਣ ਨਾਲ ਜਿਉਂਦਿਆਂ। ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵੱਲੋਂ ਪਰਸੋਂ ਸੁਖਬੀਰ ਹੋਰਾਂ ਦੀ ਕਾਵ ਕਿਤਾਬ ਵਣ ਤ੍ਰਿਣ ਉੱਪਰ ਪੈਨਲ ਡਿਸਕਸ਼ਨ ਸੀ। ਇਸ ਡਿਸਕਸ਼ਨ ਵਿੱਚ ਡਾਕਟਰ ਮੋਹਨਜੀਤ, ਪ੍ਰੋਫੈਸਰ ਕੁਲਵੀਰ ਤੇ ਮੈਂ ਪੈਨਲਿਸਟ ਸੀ। ਅਸੀਂ ਆਪੋ ਆਪਣੇ ਅੰਦਾਜ਼ 'ਚ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਗੱਲਾਂ ਕੀਤੀਆਂ। ਇਸ ਸੰਸਥਾ ਦੀਆਂ ਬਹੁਤ ਖੂਬੀਆਂ ਮੈਨੂੰ ਨਜ਼ਰ ਆਈਆਂ। ਰਿਵਾਇਤੀ ਢੰਗ ਨਾਲ ਵਿਚਾਰ ਚਰਚਾ ਨਹੀਂ, ਬਲਕਿ ਗੱਲਬਾਤ ਕਰੋ ਕਿਤਾਬ ਬਾਰੇ। ਪੰਜਾਬ ਨੂੰ ਸਮਝਣਾ ਹੈ ਤਾਂ ਰਾਗਾਂ ਬਾਰੇ ਗੱਲਾਂ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਬਾਬਾ ਫਰੀਦ ਰਾਹੀਂ ਪੰਜਾਬ ਦੀ ਰਹਿਤਲ ਨੂੰ, ਸੱਭਿਆਚਾਰ ਨੂੰ ਸਮਝੋ, ਹੋਰ ਬੜਾ ਕੁਝ।
ਇਸ ਸੰਸਥਾ ਦੇ ਚੇਅਰਮੈਨ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਹਨ। ਇਸੇ ਸਮਾਗਮ ਦੇ ਬਹਾਨੇ ਮੈਨੂੰ ਪ੍ਰੋਫੈਸਰ ਕੁਲਬੀਰ ਹੋਰਾਂ ਦੀ ਜ਼ਿੰਦਗੀ ਦੀ ਅਸਥੈਟਿਕਸ ਦਾ ਅਹਿਸਾਸ ਹੋਇਆ। ਉਹ ਕਿਵੇਂ ਦਾ ਖਾਂਦੇ ਨੇ, ਕਿਵੇਂ ਰਹਿੰਦੇ ਨੇ, ਕਿਵੇਂ ਬੋਲਦੇ ਤੇ ਸੋਚਦੇ ਨੇ, ਦੂਸਰਿਆਂ ਨਾਲ ਮੁਹੱਬਤ ਜਤਾਉਂਦੇ ਨੇ, ਛੋਟਿਆਂ ਨੂੰ ਪਿਆਰ ਕਿੰਨਾ ਕਰਦੇ ਨੇ, ਬਹੁਤ ਕੁਝ ਮੈਨੂੰ ਚੰਗਾ ਲੱਗਿਆ 2 ਦਿਨ ਉਹਨਾਂ ਦੀ ਸੰਗਤ ਮਾਣ ਕੇ। ਹਰਵਿੰਦਰ ਤਾਂ ਮੇਰਾ ਛੋਟਾ ਭਾਈ ਹੈ, ਮੇਰੇ ਵਰਗਾ ਹੀ ਮਲੰਗ। ਪਰ ਇੱਥੇ ਮੈਂ ਸਿਰਫ ਇੱਕ ਅਹਿਸਾਸ ਤੁਹਾਡੇ ਨਾਲ ਸਾਂਝਾ ਕਰਨਾ ਹੈ, ਜਿਹੜਾ ਸੁਖਬੀਰ ਦੀ ਕਵਿਤਾ ਪੜ੍ਹਦਿਆਂ ਮੇਰੇ ਅੰਦਰ ਪੈਦਾ ਹੋਇਆ। ਵਣ ਤ੍ਰਿਣ ਕਵਿਤਾ ਕੁਦਰਤ ਦੇ ਰੰਗਾਂ, ਮਹਿਕਾਂ, ਹਾਵਾਂ ਭਾਵਾਂ 'ਚ ਜਿਉਣ ਵਾਲੇ ਕਾਵ ਦਾ ਨਾਮ ਹੈ। ਮੈਂ 15 ਦਿਨਾਂ ਤੋਂ ਇਸੇ ਕਵਿਤਾ 'ਚ ਵਿਚਰ ਰਿਹਾ ਸੀ, ਇਸੇ ਨੂੰ ਜੀ ਰਿਹਾ ਸੀ। ਜਦੋਂ ਟ੍ਰੇਨ ਰਾਹੀਂ ਦਿੱਲੀ ਜਾ ਰਿਹਾ ਸੀ, ਸਾਹਮਣੇ 2 ਸੀਟਾਂ ਛੱਡ ਕੇ ਬੈਠੇ ਇੱਕ ਜੋੜੇ ਕੋਲ ਆਪਣਾ 3 ਕੁ ਮਹੀਨੇ ਦਾ ਬੱਚਾ ਚੁੱਕਿਆ ਹੋਇਆ ਸੀ। ਉਹ ਬਹੁਤ ਹੀ ਪਿਆਰ ਨਾਲ, ਮਮਤਾ ਨਾਲ, ਕਾਲਜੇ ਨਾਲ ਲਾ ਕੇ ਰੱਖਣ ਵਾਲੀ ਅਵਸਥਾ 'ਚ ਉਸ ਬੱਚੇ ਨੂੰ ਸੰਭਾਲ ਰਹੇ ਸਨ, ਕਿਉਂਕਿ ਮੇਰੇ ਅੰਦਰੋਂ ਸੁਖਬੀਰ ਹੀ ਇਹ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਸੋ ਉਸ ਵਕਤ ਅਹਿਸਾਸ ਇਹ ਸੀ ਕਿ ਕੁਦਰਤ ਵੀ ਕਿੰਨੀ ਚਲਾਕ ਹੈ। ਇਹ ਆਪਣਾ ਅੰਸ਼ ਪੈਦਾ ਕੀਤਾ, ਹੁਣ ਨਾਲ ਹੀ ਇਹਨਾਂ ਦੋਵਾਂ ਦੇ ਮਨ 'ਚ ਇਹ ਅਹਿਸਾਸ ਜਗਾ ਦਿੱਤਾ ਕਿ ਸਾਡਾ ਬੱਚਾ ਹੈ। ਬਸ ਇਹ ਸਾਡੇ ਨੇ ਹੀ ਇਹਨਾਂ ਨੂੰ ਕਾਰੇ ਲਾ ਰੱਖਿਆ। ਕੁਦਰਤ ਨੇ ਮੂਰਖ ਬਣਾ ਦਿੱਤਾ ਤੇ ਇਹ ਬਣ ਗਏ। ਕੁਦਰਤ ਨੇ ਮਲਕੜੇ ਜਿਹੀ ਸਿਰਫ ਅਹਿਸਾਸ ਜਗਾ ਕੇ ਆਪਣਾ ਕੰਮ ਕਢਵਾ ਲਿਆ। ਮੈਂ ਬਾਅਦ 'ਚ ਸੋਚਿਆ ਕਿ ਸੁਖਬੀਰ ਇੰਜੀ ਕਵਿਤਾ ਬਣਾ ਛੱਡਦਾ ਹੋਣਾ। ਨੈਕਸਟ, ਮੇਰੇ ਹਿਸਾਬ ਨਾਲ ਇਹ ਜਿਹੜੀਆਂ ਵੰਡਾਂ ਆ ਨਾ, ਇਨਕਲੂਡਿੰਗ ਮੁਸਲਮਾਨ, I see this whole things totally different। ਮੈਂ ਹੁਣ ਇਸ ਬੰਦੇ ਨੂੰ ਸਨ ਫਰਾਂਸਿਸਕੋ 'ਚ ਮਿਲਿਆ ਸੀ। ਇਹਨੇ ਕਿਤਾਬ ਲਿਖੀ ਹੈ, ਇਹਨੇ ਕਾਲਜ ਲਾਹੌਰ ਨੂੰ ਲਾਇਬ੍ਰੇਰੀ ਡੋਨੇਟ ਕੀਤੀ ਹੈ। ਉਹ ਫਿਰ ਹਰਚਰਨ ਬਰਾੜ ਨੂੰ ਸੱਦ ਕੇ ਉਹਦਾ ਇਨਾਗਰੇਸ਼ਨ ਕਰਵਾਇਆ। ਇਹਦਾ ਬੈਸਟ ਫਰੈਂਡ ਹੈ ਇਹ ਸੀਗਾ ਹਰਚਰਨ ਸਿੰਘ ਬਰਾੜ। ਜਦੋਂ ਇਹਨੇ ਹਾਰਟ ਦਾ ਆਪਰੇਸ਼ਨ ਕਰਾਉਣਾ ਸੀ ਤਾਂ ਇਹਨੇ ਬਾਬਰ ਅਲੀ ਨੂੰ ਕਿਹਾ ਤੇ ਫਿਰ ਉਹ ਇਹਨੂੰ ਲੈ ਕੇ ਗਿਆ ਅਮਰੀਕਾ। ਉਹਨੇ ਪੁੱਛਿਆ ਕਿ ਤੇਰੇ ਪੁੱਤ ਨੂੰ ਸੱਦ ਲਵਾਂ? ਉਹਨੇ ਕਿਹਾ ਕਿ ਕੀ ਲੋੜ ਹੈ, ਜੇ ਤੂੰ ਹੈਗਾ ਤਾਂ। ਪੁੱਤ ਦੀ ਲੋੜ ਨਹੀਂ, ਅਸਲੀ ਪੰਜਾਬ ਦਾ ਕਲਚਰ ਇਹ ਆ। ਸੋ ਮੈਂ ਇਸ ਬੰਦੇ ਨੂੰ, ਇਹ ਲਹਿੰਦੇ ਪੰਜਾਬ ਦਾ ਫਾਈਨੈਂਸ ਮਿਨਿਸਟਰ ਵੀ ਰਿਹਾ, ਇਹ ਫਕੀਰ ਖਾਨਦਾਨ 'ਚੋਂ ਹੈ, ਇਸ ਕਰਕੇ ਪੰਜਾਬ ਦੇ ਪੁਰਾਣੇ ਕਲਚਰ ਦਾ ਵਾਹਕ ਵੀ ਹੈ। ਪਰ ਇਹ ਪਾਕਿਸਤਾਨ ਦਾ ਬਹੁਤ ਇੰਪੋਰਟੈਂਟ ਇੰਡਸਟਰੀਅਲਿਸਟ ਆ। ਜਿਹੜੀ ਬੈਸਟ ਯੂਨੀਵਰਸਿਟੀ ਇਸ ਵੇਲੇ ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਸ, ਜਿਹੜੀ ਹੋਰ ਵੀ ਕਈ ਕੁਝ ਪੜ੍ਹਾਉਂਦੀ ਹੈ, ਸੋਸ਼ਲ ਸਾਇੰਸਿਸ ਵੀ ਪੜ੍ਹਾਉਂਦੀ ਹੈ, ਇਹ ਉਹਦਾ ਫਾਊਂਡਰ ਹੈ। ਸੋ ਆ ਮੈਂ ਨੋਟ ਲਿਖਿਆ। ਮੇਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨਾਲ ਵੀ ਗੱਲ ਹੋਈ ਸੀ। ਮਨਮੋਹਨ ਵੀ ਇਹਨੂੰ ਜਾਣਦਾ ਹੈ। ਸੋ ਪੰਜਾਬੀ ਦੇ ਜਿਹੜੇ ਅਸਲੀ ਵਾਰਸ ਹੈ, ਜਿਨ੍ਹਾਂ ਤੋਂ ਮੈਨੂੰ ਕੁਝ ਆਸ ਹੈ ਕਿ ਉਹ ਕਰਨਗੇ। ਪਹਿਲਾਂ ਮੈਨੂੰ ਰਾਮਗੜੀਆਂ ਤੋਂ ਆਸ ਸੀ ਕਿ ਕੁਝ ਕਰਨਗੇ, ਪਰ ਉਹ ਜੱਟਾਂ ਦੀ ਨਕਲ 'ਚ ਪੈ ਗਏ, ਸ਼ਰਾਬਾਂ ਪੀਣ ਲੱਗ ਗਏ, ਵੂਮੈਨਾਈਜ਼ਿੰਗ 'ਚ ਪੈ ਗਏ। ਹੁਣ ਮੇਰੀ ਆਸ ਹੈਗੀ ਹੈ ਦਲਿਤਾਂ 'ਤੇ। ਉਹੀ ਦਿੱਲੀ ਵਾਲਾ ਸਰਦਾਰ, ਹੁਣ ਤਾਂ ਤੂੰ ਇਹਦੀ ਭਾਸ਼ਾ ਤੋਂ ਹੀ ਪਕੜ ਸਕਣਾ ਹੈ। ਨੈਕਸਟ, ਦ ਗ੍ਰੇਟ ਸਪੀਚ। ਖੇਤ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ, ਖੇਤ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ। ਦਰਸ਼ਨ ਭਾਸ਼ਣ ਦੇ ਰਿਹਾ। ਸਾਥੀਓ, ਤੁਹਾਨੂੰ ਪਤਾ ਹੀ ਹੈ ਅੱਜ ਅਸੀਂ ਕਿਸ ਕਾਰਜ ਲਈ ਇਕੱਤਰ ਹੋਏ ਹਾਂ। ਅਸੀਂ ਸਾਡੀ ਧੀ ਦੇ ਬਲਾਤਕਾਰੀਆਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਤੇ ਨਿਰਦੋਸ਼ ਖੇਤ ਮਜ਼ਦੂਰ ਆਗੂਆਂ ਦੀ ਗ੍ਰਿਫਤਾਰੀ ਵਿਰੁੱਧ ਰੋਸ ਵਜੋਂ ਇੱਥੇ ਇਕੱਠੇ ਕੀਤਾ ਹੈ। ਇਸ ਲਲਕਾਰ ਰੈਲੀ ਨੂੰ ਧੜਵੈਲੀਆਂ ਵੱਲ ਸਾਡੀ ਲੜਾਈ ਦਾ ਕੂਚ ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਭਰਮ ਹੈ ਕਿ ਇਵੇਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਰਹਿਣਗੇ, ਇਹਨਾਂ ਨੂੰ ਕੌਂਦੇ ਰਹਿਣਗੇ, ਕਤਲ ਕਰਦੇ ਰਹਿਣਗੇ। ਪਰ ਇਹ ਭੁਲੇਖੇ 'ਚ ਨਹੀਂ। ਇਹਨਾਂ ਨੂੰ ਭੁਲੇਖਾ ਹੈ ਕਿ ਇਹਨਾਂ ਦੀ ਧੌਂਸ ਅਸੀਂ ਸਦੀਆਂ ਤੋਂ ਸਹਾਰਦੇ ਆਏ ਹਾਂ ਤੇ ਹੁਣ ਵੀ ਸਹਾਰਾਂਗੇ। ਇਹਨਾਂ ਨੂੰ ਪਤਾ ਨਹੀਂ ਅਸੀਂ ਬਾਬੇ ਬੂਝੇ ਦੇ ਵਾਰਸ ਹਾਂ। ਉਹ ਜਿਹੜੀ ਇਨਕਲਾਬੀ ਜੰਗ ਲਈ ਸ਼ਹੀਦ ਹੋ ਗਿਆ, ਅਸੀਂ ਉਸੇ ਜੰਗ ਨੂੰ ਅੱਗੇ ਤੋਰਨਾ। ਸਾਥੀਓ, ਅਸੀਂ ਇਹਨਾਂ ਦਾ ਇਹ ਭਰਮ ਵੀ ਦੂਰ ਕਰ ਦੇਣਾ ਹੈ ਕਿ ਇਹਨਾਂ ਕੋਲ ਪੁਲਿਸ ਤੰਤਰ ਆ, ਸਰਕਾਰਾਂ ਨੇ, ਅਦਾਲਤਾਂ ਨੇ, ਤਾਂ ਸਾਡੇ ਕੋਲ ਲੋਕ ਹੀ ਅਦਾਲਤ ਨੇ। ਇਹੀ ਫੈਸਲੇ ਕਰਨਗੇ। ਸਾਡੇ ਮਜ਼ਦੂਰ ਆਗੂਆਂ ਦੀਆਂ ਝੂਠੇ ਕੇਸਾਂ 'ਚ ਗ੍ਰਿਫਤਾਰੀਆਂ ਇਹਨਾਂ ਨੂੰ ਮਹਿੰਗੀਆਂ ਪੈਣਗੀਆਂ। ਅਸੀਂ ਲਲਕਾਰਦੇ ਹਾਂ ਕਿ ਆਓ ਸਾਨੂੰ ਵੀ ਗ੍ਰਿਫਤਾਰ ਕਰਾਓ, ਕਰੋ ਹੌਸਲੇ। ਅਸੀਂ ਗਦਰੀ ਬਾਬਿਆਂ ਦੇ ਸਪੂਤ ਹਾਂ ਜਿਹੜੇ ਫਾਂਸੀਆਂ ਦੇ ਰੱਸੇ ਚੁੰਮ ਗਏ। ਆਓ ਫੜੋ ਤਲਵਾਰ, ਕਿਉਂਕਿ ਸਾਡੇ ਮੋਢਿਆਂ 'ਤੇ ਫਿਰ ਧੌਣਾ ਉਗਾਈਆਂ ਨੇ। ਖੇਤ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ, ਖੇਤ ਮਜ਼ਦੂਰ ਯੂਨੀਅਨ ਜ਼ਿੰਦਾਬਾਦ। ਸਿਆਟਲ ਭਾਸ਼ਣ ਦੇ ਰਿਹਾ। ਸਾਥੀਓ,
ਅੱਜ ਰੇਪ ਇੱਕ ਪ੍ਰਤੀਕ ਹੀ ਬਣ ਗਿਆ ਸਾਡੇ ਸਮਾਜ ਦਾ। ਬੱਚੀਆਂ ਨਾਲ ਰੇਪ ਹੋ ਰਿਹਾ, ਦਰਿੰਦਗੀ ਦੀ ਹੱਦ ਤੱਕ। ਰੇਪ ਕਰੋ ਸਮੂਹਕ, ਫਿਰ ਫੂਕ ਦਿਓ ਅੱਗ ਲਾ ਕੇ। ਰੇਪ ਕਰੋ ਸਮੂਹਕ, ਫਿਰ ਮਾਰ ਦਿਓ। ਮਰੀ ਪਈ ਨਾਲ ਫਿਰ ਰੇਪ ਕਰੋ, ਫਿਰ ਫੂਕ ਦਿਓ। ਵਾਤਾਵਰਨ ਨਾਲ ਰੇਪ ਹੋ ਰਿਹਾ। ਗਲੋਬਲ ਵਾਰਮਿੰਗ ਦਾ ਸੰਕਟ ਹੈ। ਬੱਚੀਆਂ ਮੁਜ਼ਾਹਰੇ ਕਰ ਰਹੀਆਂ ਨੇ, ਅਮਰੀਕਾ ਨੂੰ ਘੂਰ ਰਹੀਆਂ ਨੇ। ਇਹ ਘੂਰੀ ਵਿਆਪਕ ਹੈ ਉਹਨਾਂ ਦੀ, ਪਰ ਸਾਨੂੰ ਕੋਈ ਲੈਣ ਦੇਣ ਨਹੀਂ। ਅਸੀਂ ਮੁਨਾਫੇ ਦੀ ਅੰਨੀ ਦੌੜ 'ਚ ਹਾਂ। ਇਹ ਸਾਡੀ ਜ਼ਿੰਮੇਵਾਰੀ ਨਹੀਂ, ਪਰ ਨਵੀਂ ਪੀੜ੍ਹੀ ਨੇ ਤੁਹਾਨੂੰ ਦਾੜ੍ਹੀਓਂ ਫੜ ਘੜੀਸਣਾ ਹੈ। ਇਹ ਯਾਦ ਰੱਖਿਓ। ਮਜ਼ਦੂਰ ਨਾਲ ਰੇਪ ਹੋ ਰਿਹਾ, ਕੰਮ ਕਰਵਾਓ ਪਰ ਬਗਾਰ। ਕੰਮ ਕਰਵਾਓ, ਪੈਸੇ ਨਹੀਂ ਦੇਣੇ। ਕੰਮ ਹੀ ਨਾ ਕਰਾਓ, ਕੰਮ ਹੈ ਹੀ ਨਹੀਂ, ਮਰੋ ਪਰੇ, ਮਰੋ। ਧਰਤੀ ਨਾਲ ਰੇਪ ਹੋ ਰਿਹਾ, ਮੁਨਾਫਾ ਲੈਣਾ ਬਸ। ਧਰਤੀ ਦੀ ਹਿੱਕ 'ਚ ਜ਼ਹਿਰਾਂ ਘੋਲ ਦਿੱਤੀਆਂ, ਬਸ ਮੁਨਾਫਾ। ਧਰਤੀ ਬਾਂਝ ਹੋ ਗਈ, ਤਰੇੜਾਂ ਨੇ ਧਰਤੀ ਦੀ ਹਿੱਕ 'ਚੋਂ ਪਾਣੀ ਚੂਸ ਲਓ, ਬੰਜਰ ਬਣਾ ਦਿਓ, ਮਾਰੂਥਲ ਬਣਨ ਦਿਓ, ਬਸ। ਦਰਖਤਾਂ ਨਾਲ ਰੇਪ ਹੋ ਰਿਹਾ, ਵੱਢ ਦਿਓ ਦਰਖਤ, ਪੈਸਾ ਕਮਾਓ। ਜੰਗਲਾਂ ਦੇ ਜੰਗਲ ਵੇਚ ਦਿੱਤੇ ਅਫਸਰਾਂ ਨੇ, ਕੋਈ ਨਹੀਂ ਪੁੱਛਦਾ, ਕੋਈ ਕੇਸ ਨਹੀਂ, ਕੋਈ ਅਦਾਲਤ ਨਹੀਂ। ਵਿਦਿਆਰਥੀਆਂ ਨਾਲ ਰੇਪ ਹੋ ਰਿਹਾ, ਤੁਹਾਨੂੰ ਅੱਗੇ ਜਾ ਨੌਕਰੀ ਮਿਲੇ ਨਾ ਮਿਲੇ ਸਾਡਾ ਕੰਮ ਨਹੀਂ। ਸਾਨੂੰ ਫੀਸਾਂ ਚਾਹੀਦੀਆਂ ਨੇ ਮੁੱਢਲੀ ਸਿੱਖਿਆ। ਜੇਕਰ ਤੁਹਾਡਾ ਮੌਲਿਕ ਅਧਿਕਾਰ ਹੈ ਤੇ ਸਰਕਾਰ ਕੀ ਕਰੇ? ਪੈਸੇ ਸੁੱਟੋ, ਤਮਾਸ਼ਾ ਦੇਖੋ। ਪਰ ਜੇਕਰ ਤੁਹਾਨੂੰ ਕੋਈ ਵੀ ਕੰਪਨੀ ਕੰਮ ਦੇਣ ਨੂੰ ਤਿਆਰ ਨਹੀਂ ਤਾਂ ਸਾਡਾ ਕੋਈ ਦੋਸ਼ ਨਹੀਂ। ਚਾਰਲੀ ਭਾਸ਼ਣ ਦੇ ਰਿਹਾ। ਇੱਥੇ ਕੋਈ ਯਹੂਦੀ ਨਹੀਂ, ਕੋਈ ਆਰੀਅਨ ਨਹੀਂ, ਕੋਈ ਹਿੰਦੂ ਨਹੀਂ, ਕੋਈ ਰੇਸ ਨਹੀਂ। ਅਸੀਂ ਸਾਰੇ ਇਨਸਾਨ ਹਾਂ, ਅਸੀਂ ਸਾਰੇ ਭੈਣਾਂ ਭਾਈ ਹਾਂ। ਕੋਈ ਕਿਸੇ ਨੂੰ ਮਾਰੇਗਾ ਨਹੀਂ। ਅਸੀਂ ਉਸ ਰੱਬ ਦੇ ਬੰਦੇ ਹਾਂ। ਸਾਡੇ ਬੱਚੇ ਨਹੀਂ ਜਲਾਏ ਜਾਣਗੇ। ਸਾਡੇ ਐਲੀ ਵਾਈਜ਼ਲ ਨੂੰ ਤਸੀਆਂ ਭਰੇ ਨਾਵਲ ਨਹੀਂ ਲਿਖਣੇ ਪੈਣਗੇ। ਅਸੀਂ ਖੇਤਾਂ 'ਚ ਉਗਾਵਾਂਗੇ ਪਿਆਰ ਦੀ ਫਸਲ। ਅਸੀਂ ਰੱਬ ਦੇ ਬੰਦੇ ਹਾਂ। ਉਦਾਸੀ ਸਾਧੂ ਗਾ ਰਿਹਾ, ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਨੈਕਸਟ, ਮੇਰੀ ਫੇਸਬੁੱਕ ਵਾਲ ਤੋਂ। ਜਦੋਂ ਭਾਸ਼ਾ ਜਾਗਦੀ ਹੈ, ਭਾਸ਼ਾ ਦਾ ਆਪਣਾ ਹੀ ਸੰਸਾਰ ਹੁੰਦਾ, ਜਿਵੇਂ ਅਗਨ ਦਾ ਵੀ ਸੰਸਾਰ ਹੁੰਦਾ। ਇਹ ਕਦੋਂ ਜਾਗਦੀ ਹੈ ਕਿਹਾ ਨਹੀਂ ਜਾ ਸਕਦਾ, ਪਰੰਤੂ ਜਦੋਂ ਜਾਗਦੀ ਹੈ ਤਾਂ ਕਮਾਲ ਹੋ ਜਾਂਦੀ ਹੈ। ਫਿਰ ਮੇਰੀ ਬੜੌਦਾ ਫੇਰੀ ਵਿੱਚ ਇੱਕ ਸਿਜਦਾ ਭਾਸ਼ਾ ਦੇ ਜਾਗਣ ਨੂੰ ਵੀ ਸੀ। ਮੇਰੇ ਮਨ 'ਚ ਸੀ ਕਿ ਜਦੋਂ ਵੀ ਬੜੌਦਾ ਜਾਵਾਂਗਾ ਪ੍ਰੋਫੈਸਰ ਨੀਤੀ ਸਿੰਘ ਦੇ ਮਾਤਾ ਜੀ ਨੂੰ ਜ਼ਰੂਰ ਸਿਜਦਾ ਕਰਨਾ। ਉਹਦੇ 'ਚ ਮੇਰੀ ਸ਼ਰਧਾ ਲੁਕੀ ਹੋਈ ਸੀ। ਹੋਇਆ ਇੰਝ ਹੈ ਕਿ ਮੇਰੇ ਨਾਵਲ ਸ਼ਾਂਤੀ ਪਰਵ ਨੂੰ ਅੰਗਰੇਜ਼ੀ 'ਚ ਉਲਥਾ ਪ੍ਰੋਫੈਸਰ ਨੀਤੀ ਹੋਰਾਂ ਨੇ ਕੀਤਾ। ਹੁਣ ਉਹਨਾਂ ਤੱਕ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਜੋ ਹੈ ਉਹ ਉਹਨਾਂ ਦੇ ਮਾਤਾ ਜੀ ਰਾਹੀਂ ਪਹੁੰਚੀ ਹੈ। ਪੰਜਾਬੋਂ ਐਡੀ ਦੂਰ ਬੈਠੇ ਉਹ ਆਪਣੀ ਪੁੱਠ ਉਹਾਰਨ ਰੰਗਤ ਵਾਲੀ ਪੰਜਾਬੀ ਆਪਣੇ ਬੱਚਿਆਂ 'ਚ ਰਮਦੀ ਵੇਖਣ ਦੇ ਚਾਹਵਾਨ ਹਨ। ਇਸ ਲਈ ਉਹਨਾਂ ਨੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ। ਇਸ ਲਈ ਮੇਰੇ ਨਾਵਲ ਦੇ ਅੰਗਰੇਜ਼ੀ ਅਨੁਵਾਦ 'ਚ ਬਹੁਤ ਵੱਡਾ ਯੋਗਦਾਨ ਉਹਨਾਂ ਦੀ ਸੋਚ ਦਾ ਹੀ ਮੰਨਿਆ ਜਾਣਾ ਚਾਹੀਦਾ ਹੈ। ਇਸੇ ਕਰਕੇ ਮੈਂ ਚਾਹੁੰਦਾ ਸਾਂ ਕਿ ਭਾਸ਼ਾ ਦੀ ਜਾਗ ਲਾਉਣ ਵਾਲੀ ਉਸ ਰੂਹ ਨੂੰ ਜ਼ਰੂਰ ਮਿਲਾਂ, ਜਿਹਦੇ ਕਰਕੇ ਮੈਂ ਦੁਨੀਆ ਦੇ ਕਈ ਮੁਲਕਾਂ 'ਚ ਪਛਾਣ ਬਣਾ ਸਕਿਆ ਅਤੇ ਅੱਗੇ ਵੀ ਬਣੇਗੀ। ਖੈਰ, ਮੈਂ ਉਹਨਾਂ ਨੂੰ ਮਿਲਣ ਗਿਆ। ਉਹਨਾਂ ਨੂੰ ਬੀਜੀ ਕਹਿ ਕੇ ਪੈਰੀਂ ਹੱਥ ਲਾਏ ਤਾਂ ਉਹ ਇੰਨੇ ਖੁਸ਼ ਹੋਏ ਕਿ ਕਹਿਣ ਦੀ ਹੱਦ ਨਹੀਂ। ਕਿੰਨਾ ਹੀ ਚਿਰ ਅਸੀਂ ਪੰਜਾਬ ਬਾਰੇ, ਹਰਿਮੰਦਰ ਸਾਹਿਬ ਬਾਰੇ, ਪੀਂਘਾਂ ਬਾਰੇ ਅਤੇ ਗੁਰਬਾਣੀ ਬਾਰੇ ਗੱਲਾਂ ਕਰਦੇ ਰਹੇ। ਉਹ ਬਹੁਤ ਖੁਸ਼ ਹੋਏ ਪੰਜਾਬੀ ਸੁਣ ਕੇ। ਉਹਨਾਂ ਕੋਲ ਕਰਨ ਨੂੰ ਇੰਨੀਆਂ ਗੱਲਾਂ ਸਨ ਕਿ ਮੈਂ ਹੈਰਾਨ ਸਾਂ। ਉਹਨਾਂ ਦੇ ਨਾਲ ਹੀ ਸਾਡੀ ਇੱਕ ਹੋਰ ਦੋਸਤ ਪ੍ਰੋਫੈਸਰ ਦਰਸ਼ਨੀ ਵੀ ਆ ਗਈ। ਉਹਨਾਂ ਵੀ ਪੰਜਾਬੀ ਦਾ ਲੁਤਫ ਲਿਆ। ਬੀਜੀ ਨੂੰ ਮਿਲ ਕੇ ਮੈਨੂੰ ਮਹਿਸੂਸ ਹੋਇਆ ਕਿ ਬੋਲੀ ਦਾ ਸੇਕ ਵੀ ਹੁੰਦਾ ਹੈ ਅਤੇ ਮਹਿਕ ਵੀ। ਬੀਜੀ ਵਾਲੇ ਘਰ ਪਹੁੰਚ ਕੇ ਪ੍ਰੋਫੈਸਰ ਨੀਤੀ ਸਿੰਘ ਨੂੰ ਪਤਾ ਨਹੀਂ ਕੀ ਹੋਇਆ। ਉਹ ਝੱਟ ਆਪਣਾ ਪੁਰਾਣਾ ਤਾਨਪੁਰਾ ਚੁੱਕ ਕੇ ਲੈ ਆਏ ਅਤੇ ਪੂਰੀ ਮਸਤੀ ਨਾਲ ਰਾਗ ਗਾਉਣ ਲੱਗੇ। ਇਹ ਪਲਕ ਝਪਕ ਵਿੱਚ ਹੀ ਸਭ ਕੁਝ ਵਾਪਰ ਗਿਆ, ਅਚੰਭਤ ਕਰਨ ਵਾਲਾ ਪਰੰਤੂ ਬੇਹੱਦ ਸੁਰੀਲਾ। ਨੈਕਸਟ, ਉਦਾਸੀ ਸਾਧੂ ਦੀ ਕੁਟੀਆ 'ਚ ਗੱਲਾਂ ਚੱਲ ਰਹੀਆਂ ਨੇ ਅੱਜ ਦੇ ਮੁਜ਼ਾਹਰੇ ਦੀਆਂ। ਗੱਲਾਂ ਦਾ ਕੇਂਦਰ ਦਰਸ਼ਨ ਨੇ, ਚਿਹਰੇ 'ਤੇ ਸਾਧੂਆਂ ਵਰਗਾ ਨੂਰ। ਸਾਧੂ ਜਿਵੇਂ ਉਹਦੇ ਨੂਰ 'ਚੋਂ ਕੁਝ ਉਧਾਰ ਲੈਂਦਾ ਹੋਵੇ। ਇਸ ਗੱਲ ਦਾ ਚਾਅ ਵੀ ਹੈ ਸਾਧੂ ਨੂੰ। ਇਹਨਾਂ ਦੀਆਂ ਬਹੁਤੀਆਂ ਸਰਗਰਮੀਆਂ ਦਾ ਅੱਡਾ ਵੀ ਅੱਜ ਕੱਲ੍ਹ ਕੁਟੀਆ ਹੀ ਹੈ। ਕਈ ਸਾਲਾਂ ਤੋਂ ਤੁਰਿਆ ਆ ਰਿਹਾ ਇਹ ਸੰਘਰਸ਼। ਇੱਕ ਬਹੁਤ ਗਰੀਬ ਖੇਤ ਮਜ਼ਦੂਰ ਦੀ ਜਵਾਨ ਬੇਟੀ ਤੜਵੈਲ ਵੈਲੀਆਂ ਦੇ ਕਾਕਿਆਂ ਨੇ ਚੁੱਕੀ ਦੁਪਹਿਰ ਵੇਲੇ ਕਾਲਜੋਂ ਮੁੜਦੀ ਸੁੰਨੇ ਖੇਤਾਂ 'ਚ ਲਿਜਾ ਕੇ ਉਹਦਾ ਬਲਾਤਕਾਰ ਕੀਤਾ 4 ਜਣਿਆਂ ਨੇ। ਫਿਰ ਉਹਦਾ ਕਤਲ ਕਰਕੇ ਜ਼ਮੀਨ 'ਚ ਨੱਪ ਦਿੱਤਾ। ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਲਿਖਾਈ, ਨਾਲ ਸ਼ੱਕ ਵੀ ਜ਼ਾਹਰ ਕੀਤਾ, ਪਰ ਪੁਲਿਸ ਉਹਨਾਂ ਸਾਹਮਣੇ ਕੀ ਸੀ, ਬਲਕਿ ਪੁਲਿਸ ਉਲਟਾ ਕਹੇ ਕਿ ਤੁਹਾਡੀ ਕੁੜੀ ਕਿਸੇ ਪ੍ਰੇਮੀ ਨਾਲ ਭੱਜ ਗਈ ਹੋਣੀ ਹੈ। ਦੇਖੋ 2-4 ਦਿਨ ਆਪੇ ਮੁੜ ਆਉਣਾ ਉਹਨੇ, ਗਰੀਬ ਦੀ ਕੌਣ ਸੁਣੇ। ਫਿਰ ਲੋਕ ਇਕੱਠੇ ਹੋ ਗਏ, ਖੇਤ ਮਜ਼ਦੂਰ ਯੂਨੀਅਨ ਆ ਗਈ।
ਕਿਸਾਨ ਯੂਨੀਅਨ ਆ ਗਈ। ਪੁਲਿਸ ਦਫ਼ਤਰਾਂ ਦਾ ਘਿਰਾਓ ਸ਼ੁਰੂ ਹੋ ਗਿਆ। ਬੀਬੀਆਂ ਆਈਆਂ ਵੱਧ ਚੜ ਕੇ। ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੰਘਰਸ਼ ਤਿੱਖਾ ਤੇ ਵੱਡਾ ਹੋ ਗਿਆ। ਮਜਬੂਰਨ ਉਹਨਾਂ ਧੜਵੈਲਾਂ ਦੇ ਖੇਤਾਂ ਦੀ ਤਲਾਸ਼ੀ ਲਈ। ਕੁੜੀ ਦਾ ਕਤਲ ਸਾਹਮਣੇ ਆ ਗਿਆ। ਪੋਸਟਮਾਰਟਮ 'ਚ ਸਾਹਮਣੇ ਆਇਆ ਸਮੂਹਕ ਬਲਾਤਕਾਰ। ਲੋਕਾਂ ਦਾ ਰੋਹ ਜਾਗ ਪਿਆ। ਲੋਕ ਕਰਾ ਉੱਠੇ, ਚੀਕਾਂ ਮਾਰਨ, ਤੜਪਣ ਲੱਗੇ। ਸੰਘਰਸ਼ ਦਾ ਘੇਰਾ ਲੜਕੀ ਨੂੰ ਇਨਸਾਫ ਦਿਵਾਉਣ ਵਾਸਤੇ ਪੰਜਾਬ ਭਰ 'ਚ ਫੈਲ ਗਿਆ। ਕਈ ਸਾਲ ਲੰਘ ਗਏ। ਕਿਸੇ ਨਾ ਕਿਸੇ ਦਿਨ ਕਿਸੇ ਨਾ ਕਿਸੇ ਥਾਂ ਉੱਪਰ ਇਸ ਬੇਇਨਸਾਫੀ ਵਿਰੁੱਧ ਰੋਸ ਮੁਜ਼ਾਹਰੇ ਹੋਣ ਲੱਗੇ। ਜ਼ਿਲ੍ਹਾ ਸੈਸ਼ਨ ਕੋਰਟ ਨੇ 4 ਨਾਮਜ਼ਦ ਦੋਸ਼ੀਆਂ ਨੂੰ ਬਲਾਤਕਾਰ ਤੇ ਕਤਲ ਕੇਸ 'ਚ ਸਜ਼ਾ ਸੁਣਾਈ। ਪਰ ਇਹਨਾਂ ਤਸੀਹਾਂ ਦੀ ਉਮਰ ਵੀ ਵਾਟਾਂ ਲੰਮੀ ਸੀ। ਉਹਨਾਂ ਧੜਵੈਲਾਂ ਤੇ ਇੱਕ ਹੋਰ ਕੇਸ ਵੀ ਚੱਲਦਾ ਸੀ। ਉਸ ਕੇਸ ਦੀ ਸੁਣਵਾਈ ਦੌਰਾਨ ਦੋਵੇਂ ਧਿਰਾਂ ਆਪਸ 'ਚ ਭਿੜ ਪਈਆਂ। ਇਹਨਾਂ ਦੇ ਕਿਸੇ ਬਜ਼ੁਰਗ ਦੇ ਸੱਟਾਂ ਵੱਧ ਲੱਗ ਗਈਆਂ, ਲਿਹਾਜ਼ਾ ਉਹਦੀ ਹਸਪਤਾਲ 'ਚ ਮੌਤ ਹੋ ਗਈ। ਇਹਨਾਂ ਨੇ ਉਹਦੀ ਓਟ 'ਚ ਦੂਸਰੀ ਧਿਰ ਦੇ ਨਾਲ ਇਸ ਸੰਘਰਸ਼ ਦੇ ਆਗੂਆਂ ਦੇ ਨਾਮ ਵੀ ਕੇਸ 'ਚ ਦਰਜ ਕਰਾ ਦਿੱਤੇ। ਇਹ ਕ੍ਰਾਸ ਕੇਸ ਰਾਹੀਂ ਉਹਨਾਂ ਚਾਰੇ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਸਨ। ਪਰ ਜਦੋਂ ਜਨ ਅੰਦੋਲਨ ਹੁੰਦੇ ਨੇ, ਸਾਜ਼ਿਸ਼ਾਂ ਨਹੀਂ ਚੱਲਦੀਆਂ। ਸੰਘਰਸ਼ ਹੋਰ ਤੇਜ਼ ਹੋ ਗਿਆ। ਪੁਲਿਸ ਜਾਂਚ 'ਚ ਸਾਹਮਣੇ ਆ ਗਿਆ ਕਿ ਉਸ ਲੜਾਈ ਦੌਰਾਨ ਤਾਂ ਇਹ ਆਗੂ ਅਦਾਲਤ ਦੇ ਨੇੜੇ ਤੇੜੇ ਵੀ ਨਹੀਂ ਸਨ। ਫਿਰ FIR 'ਚ ਕਿਵੇਂ? ਪਰ ਜਿਹੜਾ ਉਸ ਵੇਲੇ ਜੱਜ ਸੀ ਉਹ ਲੈਫਟ ਵਿਰੋਧੀ। ਉਹਨੇ ਨਾ ਕੁਝ ਸੁਣਿਆ ਨਾ ਦੇਖਿਆ। ਚੁੱਕ ਕੇ ਇਹਨਾਂ ਚਾਰਾਂ ਨੂੰ ਵੀ ਉਹਨਾਂ ਦੇ ਨਾਲ ਹੀ ਬੰਨ੍ਹਤਾ। ਹੁਣ ਸਰਕਾਰ 'ਤੇ ਦਬਾਅ ਪਾਉਣ ਲਈ ਕਿ ਇਹਨਾਂ ਦੀ ਸਜ਼ਾ ਰਾਜਪਾਲ ਨੂੰ ਸਿਫਾਰਿਸ਼ ਕਰਕੇ ਮੁਆਫ ਕੀਤੀ ਜਾਵੇ, ਉਹਦੇ ਲਈ ਥਾਂ ਥਾਂ ਮੁਜ਼ਾਹਰੇ ਕੀਤੇ ਜਾ ਰਹੇ ਨੇ। ਇਸ ਹਲਕੇ 'ਚ ਜ਼ਿੰਮੇਵਾਰੀ ਦਰਸ਼ਨ ਦੀ ਸੀ। ਉਹਨੇ ਇਕੱਠ ਕੀਤਾ ਕਿ ਲੋਕ ਅਸ਼ਕੇ ਅਸ਼ਕੇ ਕਰ ਉੱਠੇ। ਸਾਧੂ ਦਰਸ਼ਨ ਨੂੰ ਚਾਹ ਦਾ ਗਲਾਸ ਫੜਾਉਂਦਾ ਹੈ, ਬਾਕੀ ਮੁੰਡੇ ਹੋਰਨਾਂ ਨੂੰ ਚਾਹ ਵਰਤਾ ਰਹੇ ਨੇ। ਸਾਧੂ ਦੱਸਦਾ ਹੈ ਕਿ RPI ਦੀ ਸਾਰੀ ਲੜਾਈ ਵਕਤ ਲੰਗਰ ਦੀ ਸੇਵਾ ਉਹਨਾਂ ਦੇ ਗੁਰੂ ਕਰਿਆ ਕਰਦੇ ਸਨ। ਸਾਰੇ ਸਿਆਸੀ ਲੜਾਕੇ ਉਹਨਾਂ ਨਾਲ ਸਲਾਹਾਂ ਕਰਦੇ, ਅਸੀਂ ਸਮਾਜ ਦੀ ਲੜਾਈ ਲੜਾਂਗੇ, ਸਾਨੂੰ ਸਾਡੇ ਪੁਰਖਿਆਂ ਨੇ ਸਿਖਾਇਆ ਹੈ, ਦਰਸ਼ਨਾ ਮਾਰ ਤੂੰ ਬੜਕ, ਮੈਂ ਬੈਠਾ ਅਜੇ। ਸਾਰੇ ਹੱਸੇ ਨੇ। ਹਾਸਾ ਛਾਤੀਆਂ ਚੌੜੀਆਂ ਕਰ ਜਾਂਦਾ ਹਰ ਵਾਰ। ਹੁਣ ਨਹੀਂ ਰੋਣਾ ਆਉਂਦਾ। ਕਿਸੇ ਵੇਲੇ ਤਾਂ ਬੜੇ ਸਾਲਾਂ ਤੱਕ ਮੈਨੂੰ ਬਹੁਤ ਰੋਣਾ ਆਉਂਦਾ ਸੀ। ਹੁਣ ਨਹੀਂ ਮੈਂ ਰੋਂਦੀ। ਹਰ 15-20 ਸਾਲ ਤਾਈਂ ਜਦੋਂ ਮੈਂ ਇਹ ਗੱਲ ਸੁਣੀ ਸੀ ਤਾਂ ਮੈਂ ਰੋਣ ਲੱਗ ਜਾਂਦੀ ਸੀ। ਫਿਰ ਅਸੀਂ ਅਮਰੀਕਾ ਚਲੇ ਗਏ। ਪਰ ਫਿਰ ਤੁਹਾਨੂੰ ਪਤਾ ਲੱਗਦਾ ਕਿ ਅਮਰੀਕਾ 'ਚ ਕਿਹੜਾ ਜ਼ਿਆਦਤੀਆਂ ਨਹੀਂ ਹੁੰਦੀਆਂ। ਸੋ ਦੁਨੀਆ 'ਤੇ ਕਿਹੜੀ ਜਗ੍ਹਾ ਹੈ ਉੱਥੇ ਕਾਲਿਆਂ ਨਾਲ ਉਹੋ ਜਿਹੀ ਨਾ ਇਨਸਾਫੀ ਹੁੰਦੀ ਹੈ। ਪਰ ਮੈਂ ਕਦੇ ਦੇਖਿਆ ਨਹੀਂ ਸੀ। ਸ਼ਾਇਦ ਜਦੋਂ ਤੁਸੀਂ ਗਰੀਬ ਪਲਦੇ ਹੋ ਤਾਂ ਬੰਦਿਆਂ ਦੀ ਜ਼ਿਆਦਤੀ ਦੇਖਣ 'ਚ ਆਉਂਦੀ ਹੈ, ਪਰ ਮੇਰੀ ਨਜ਼ਰ 'ਚ ਕਦੇ ਨਹੀਂ ਆਇਆ ਸੀ। ਇੱਕ ਗੱਲ ਹੋਰ ਮੈਨੂੰ ਯਾਦ ਆਈ। ਮੇਰੀ ਇੱਕ ਸਾਊਥ ਇੰਡੀਅਨ ਸਹੇਲੀ ਸੀ। ਉਹਦਾ ਜਿਹੜਾ ਪਿਓ ਸੀ ਉਹ ਦੂਰਦਰਸ਼ਨ ਦਾ ਨਿਊਜ਼ ਐਡੀਟਰ ਸੀ। ਮੈਂ ਉਹਨੂੰ ਫੋਨ ਕੀਤਾ ਜਿਸ ਦਿਨ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਉਹਨਾਂ ਨੂੰ ਮੈਂ ਫੋਨ ਕੀਤਾ ਤੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤੇ ਉਹਨਾਂ ਬੰਦੇ ਮਾਰਤੇ ਆ। ਉਹਨੇ ਕੋਈ ਲੁਕੀ ਛਿਪੀ ਗੱਲ ਨਹੀਂ ਕੀਤੀ ਮੇਰੇ ਨਾਲ। ਹਾਂ, ਨਿਰਦੋਸ਼ ਬੰਦੇ ਜਿੰਨੇ ਉੱਥੇ ਪਹੁੰਚੇ ਸੀ ਉਹ ਸਾਰੇ ਮਾਰਤੇ। ਫਿਰ ਮੈਨੂੰ ਕਹਿੰਦਾ ਕਿ ਜਿਹੜੀ ਉੱਥੇ ਲਾਇਬ੍ਰੇਰੀ ਸੀ ਸਿੱਖਾਂ ਦੀ ਉਹ ਸਾੜਤੀ। ਮੈਂ ਕਿਹਾ ਕਿਉਂ? ਉਹ ਕਹਿੰਦਾ ਲੈ, ਕਿਸੇ ਕੌਮ ਨੂੰ ਮਾਰਨਾ ਹੋਵੇ ਤਾਂ ਉਹਦੀ ਲਾਇਬ੍ਰੇਰੀ ਸਾੜੋ। ਉਹ ਬਾਹਮਣ ਸੀ, ਉਹਨੂੰ ਇਹਨਾਂ ਚੀਜ਼ਾਂ ਦੀ ਸਮਝ ਸੀ। ਉਹਨੇ ਦੱਸ ਦਿੱਤਾ। ਮੈਂ ਦੰਗ ਹੋ ਗਈ ਕਿਉਂਕਿ ਇਹੋ ਜਿਹੀਆਂ ਗੱਲਾਂ ਤਾਂ ਮੈਨੂੰ ਸੁੱਝਦੀਆਂ ਹੀ ਨਹੀਂ ਸੀ। ਮੈਂ ਚੁੱਕ ਕੇ ਖੁਸ਼ਵੰਤ ਸਿੰਘ ਨੂੰ ਫੋਨ ਕੀਤਾ। ਉਹ ਮੈਨੂੰ ਜਾਣਦਾ ਨਹੀਂ ਸੀ। ਮੈਨੂੰ ਲੱਗਾ ਕਿ ਇੱਕ ਸਿੱਖ ਹੈ ਜਿਹਨੂੰ ਪਤਾ ਹੋਏਗਾ। ਉਦੋਂ ਇਲਸਟ੍ਰੇਟਿਡ ਵੀਕਲੀ ਛਾਪਦਾ ਸੀ। ਮੈਂ ਡਾਇਰੈਕਟਰੀ ਖੋਲ੍ਹੀ, ਉਹਦਾ ਫੋਨ ਨੰਬਰ ਲੱਭਿਆ, ਉਹਨੂੰ ਫੋਨ ਕਰਤਾ। ਉਹਨੇ ਫੋਨ ਚੁੱਕ ਲਿਆ। ਮੈਂ ਕਿਹਾ ਕਿ ਮੇਰਾ ਨਾਂ ਫਲਾਂ ਹੈ, ਉਹਨਾਂ ਨੇ ਸਿੱਖਾਂ ਦੀ ਲਾਇਬ੍ਰੇਰੀ ਸਾੜੀ ਹੈ। ਅੱਗੋਂ ਦੀ ਦੁਖੀ ਆਵਾਜ਼ ਕਹਿੰਦਾ ਹਾਂ, ਉਹਨਾਂ ਨੇ ਸਾਡੀ ਲਾਇਬ੍ਰੇਰੀ ਸਾੜਤੀ ਤੇ ਜਿਹੜੀਆਂ ਕਿਤਾਬਾਂ ਨੇ ਉਹ ਚੁੱਕ ਕੇ ਲੈ ਗਏ। ਫਿਰ ਮੈਂ ਅਖਬਾਰ ਦੇਖਦੀ ਸੀ ਕਿ ਕੀ ਛਪਦਾ ਹੈ। ਫਿਰ ਮੈਨੂੰ ਲੱਗਦਾ ਸੀ ਕਿ ਜਾਂ ਤਾਂ ਅਖਬਾਰ ਝੂਠੀ ਹੈ ਤੇ ਜਾਂ ਫਿਰ ਉਹ ਝੂਠੇ ਹਨ। ਫਿਰ ਉਹ ਬੰਦਾ ਝੂਠ ਕਿਉਂ ਬੋਲੇ? ਉਹਨੂੰ ਤਾਂ ਕੋਈ ਫਾਇਦਾ ਨਹੀਂ। ਇਹਦਾ ਮਤਲਬ ਅਖਬਾਰ ਝੂਠਾ ਹੈ। ਫਿਰ ਮੈਨੂੰ ਅਸਲੀਅਤ ਪਤਾ ਲੱਗਦੀ ਸੀ। ਇੱਥੇ ਇੱਕ ਮੁੰਡਾ ਸੀ, ਉਹਦਾ ਨਾਮ ਸੀਗਾ ਰਾਮ ਕੁਮਾਰ। ਉਹ ਹਿੰਦੂ ਸੀ। ਉਹਨੇ ਇੱਕ ਹਿਊਮਨ ਰਾਈਟ ਗਰੁੱਪ ਸ਼ੁਰੂ ਕੀਤਾ। ਇੱਥੇ ਆਇਆ, ਉਹ ਸਾਡੇ ਘਰ ਆਉਂਦਾ ਸੀ। ਉਹਦੇ ਨਾਲ 2-3 ਮੁੰਡੇ ਕੁੜੀਆਂ ਹੋਰ ਸੀਗੇ। ਉਹਨੇ ਫਿਰ ਇਨਵੈਸਟੀਗੇਸ਼ਨ ਕਰਕੇ ਇੱਕ ਕਿਤਾਬ ਵੀ ਲਿਖੀ ਸੀ, ਹੂ ਆਰ ਗਿਲਟੀ। ਉਹ ਮੈਨੂੰ ਦੱਸਦਾ ਸੀ ਸੋ ਨਾ ਕਿ ਇਕੱਲੀ ਸਰਕਾਰ ਝੂਠੀ ਹੈ, ਅਖਬਾਰ ਵੀ ਝੂਠੇ ਹੈ। ਫਿਰ ਕਿਸ ਪਾਸੇ ਤੁਸੀਂ ਦੇਖੋ, ਕਿਉਂਕਿ ਜੁਡੀਸ਼ਰੀ ਵੀ ਝੂਠੀ ਸੀ। ਫਿਰ ਰਾਮ ਕੁਮਾਰ ਆਉਂਦਾ ਸੀ, ਉਹ ਬਹਿ ਕੇ ਕਹਾਣੀਆਂ ਸੁਣਾਉਂਦਾ ਸੀ। ਇੱਕ ਮੈਨੂੰ ਯਾਦ ਆਈ, ਮੈਂ ਸੈਕਟਰ 16 'ਚ ਕੰਮ ਕਰਦੀ ਸੀ। ਆਇਆ ਤੇ ਕਹਿੰਦਾ ਕਿ ਪੈਸੇ ਇਕੱਠੇ ਕਰਨੇ ਆ। 16 'ਚ ਇੱਕ ਮਿਲੀਟੈਂਟ ਆਇਆ ਹੈਗਾ, ਅਸੀਂ ਉਹਦੇ ਇਲਾਜ ਲਈ ਪੈਸੇ ਇਕੱਠੇ ਕਰਨੇ ਆ।
ਮੈਨੂੰ ਉਹਨਾਂ ਦਿਨਾਂ 'ਚ ਤਨਖਾਹ ਮਿਲਦੀ ਸੀ, ਥੋੜ੍ਹੀ ਜਿਹੀ ਤਨਖਾਹ ਹੁੰਦੀ ਸੀ, ਸ਼ਾਇਦ 2,000 ਰੁਪਏ। ਸੋ ਮੈਂ ਆਪਦੀ ਤਨਖਾਹ ਆਪਦੀ ਮੁੱਠੀ 'ਚ ਫੜੀ ਤੇ ਉਹਨੂੰ ਜਾ ਕੇ ਫੜਾਤੀ। ਮੈਂ ਕਿਹਾ ਕਿ ਮੈਨੂੰ ਦੱਸੋ ਕਿ ਕੀ ਹੋਇਆ। ਫਿਰ ਉਹਨੇ ਦੱਸਿਆ ਕਿ ਇਹ ਜਿਹੜਾ ਮੁੰਡਾ ਹੈ ਇਹਨੂੰ ਪੁਲਿਸ ਲੈ ਗਈ ਸੀ, ਇਹਨੂੰ ਕੁੱਟ-ਕੁੱਟ ਕੇ ਇਹ ਬੇਹੋਸ਼ ਹੋ ਗਿਆ ਸੀ। ਉਹਨਾਂ ਸੋਚਿਆ ਮਰ ਗਿਆ। ਉਹਨੂੰ ਹੋਸ਼ ਆਈ ਤਾਂ ਉਹਨੇ ਦੇਖਿਆ ਕਿ ਪੁਲਿਸੀਏ ਦਾੜ੍ਹੀਆਂ ਖੋਲ੍ਹ ਕੇ ਕੇਸਰੀ ਪੱਗਾਂ ਬੰਨ੍ਹ ਕੇ ਨਿਕਲ ਰਹੇ ਆ। ਸੋ ਕਹਿੰਦਾ ਕਿ ਸਾਡੇ ਕੋਲ ਇਹ ਗਵਾਹ ਹੈਗਾ ਕਿ ਇਹ ਗੱਲ ਹੋਈ ਆ, ਸੋ ਅਸੀਂ ਹੁਣ ਇਹਨੂੰ ਬਚਾਉਣਾ ਹੈ। ਸੋ ਮੈਨੂੰ ਇੱਕ ਹੋਰ ਗੱਲ ਪਤਾ ਲੱਗ ਗਈ। ਮੇਰੇ ਕਹਿਣ ਦਾ ਮਤਲਬ ਹੈ ਕਿ ਮੇਰੇ ਮਾਂ-ਪਿਓ ਕੋਲੋਂ ਨਹੀਂ ਗੱਲਾਂ ਆਉਂਦੀਆਂ ਸੀ, ਇਹ ਮੈਨੂੰ ਇਹੋ ਜਿਹੇ ਬੰਦੇ ਟੱਕਰੇ ਤੇ ਜਿੱਥੋਂ ਮੈਨੂੰ ਪਤਾ ਲੱਗ ਰਿਹਾ ਸੀ ਕਿ ਪੰਜਾਬ 'ਚ ਕੀ ਹੋ ਰਿਹਾ। ਕਿਤੇ-ਕਿਤੇ ਸੋਚਦਿਆਂ ਡਰ ਨਾਲ ਮੇਰਾ ਜੀ ਕਿਤੇ ਸਹਿਮ ਜਾਂਦਾ ਕਿ ਬੰਦਾ ਕਿੱਥੇ ਜਾਏਗਾ। ਪੁਲਿਸ ਵੀ ਨਹੀਂ ਹੈ, ਜੁਡੀਸ਼ਰੀ ਵੀ ਨਹੀਂ ਹੈ, ਬੰਦਾ ਕਿੱਥੇ ਜਾਏਗਾ, ਕੀ ਕਰਨਗੇ, ਕਿਸੇ ਪਾਸੇ। ਇੱਥੇ ਤਾਂ ਮੈਨੂੰ ਹਨੇਰਾ ਹੀ ਹਨੇਰਾ ਦਿਸਦਾ ਸੀ। ਸੋ ਇੱਕ ਬਲਜੀਤ ਮਲਿਕ ਸੀ, ਅਮੀਰ ਬਹੁਤ ਸੀ। ਮੈਨੂੰ ਲੱਗਦਾ ਸੀ ਅਮੀਰਾਂ 'ਚ ਮਜ਼ਹਬ ਨਹੀਂ ਹੁੰਦਾ, ਨਾ ਅਮੀਰਾਂ 'ਚ ਤੇ ਨਾ ਹੀ ਗਰੀਬਾਂ 'ਚ। ਮੈਨੂੰ ਲੱਗਦਾ ਸੀ ਮਜ਼ਹਬ ਦੀਆਂ ਗੱਲਾਂ ਤਾਂ ਮਿਡਲ ਕਲਾਸ 'ਚ ਹੁੰਦੀਆਂ। ਉਹ ਜਰਨਲਿਸਟ ਸੀ, ਉਹਦੇ ਕੋਲ ਸੱਚੀ ਗੱਲ ਸੀ। ਉਹ ਕਹਿੰਦਾ ਮੈਂ ਗਵਰਨਰ ਕੋਲ ਚੱਲਿਆ। ਉਹ ਗਵਰਨਰ ਕ੍ਰਿਸਚੀਅਨ ਸੀ। ਮੈਨੂੰ ਕਹਿੰਦਾ ਤੂੰ ਨਾਲ ਚੱਲ, ਮੈਂ ਇੰਟਰਵਿਊ ਕਰਨ ਚੱਲਿਆ। ਮੈਂ ਕਿਹਾ ਚੱਲਦੀਆਂ। ਉਹਨਾਂ ਦਿਨਾਂ 'ਚ KPS ਗਿੱਲ DIG ਸੀ। ਮੈਂ ਉਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਕਿਉਂ DIG ਰੱਖਿਆ, ਤੈਨੂੰ ਪਤਾ ਨਾ ਕਿ ਕੀ ਕਰ ਰਿਹਾ। ਕਹਿੰਦਾ ਹਾਂ ਮੈਨੂੰ ਪਤਾ ਹੈ। ਕਹਿੰਦਾ ਪਰ ਹੁਣ ਮੈਂ ਆ ਗਿਆ, ਹੁਣ ਮੈਂ ਨਹੀਂ ਇਹ ਹੋਣ ਦਊਂਗਾ। ਮੈਂ ਕਿਹਾ ਇਹ ਕਿਵੇਂ ਹੋ ਸਕਦਾ। ਮੈਂ ਉਹਨੂੰ ਕਿਹਾ ਕਿ ਮੈਂ ਤਾਂ ਸੁਣਿਆ ਹੈ ਕਿ ਅ ਲੈਪਰਡ ਨੈਵਰ ਚੇਂਜ ਹਿਜ਼ ਸਪੌਟਸ। ਬਈ ਇੱਕ ਕਿਸਮ ਦਾ ਬੰਦਾ, ਤੂੰ ਕਿੱਦਾਂ ਉਹਨੂੰ ਸੰਭਾਲ ਲਏਂਗਾ, ਜਾਂ ਤੂੰ ਉਹਨੂੰ ਕੱਢ ਅਗਰ ਤੂੰ ਵਾਕਿਆ ਹੀ ਕੁਝ ਕਰਨਾ। ਉਹ ਕਹਿੰਦਾ ਕਿ ਨਹੀਂ ਕੱਢ ਨਹੀਂ ਸਕਦਾ। ਮੈਂ ਕਿਹਾ ਫਿਰ ਤਾਂ ਤੂੰ ਕੁਝ ਨਹੀਂ ਕਰ ਸਕਦਾ, ਬੇਈਮਾਨੀ ਹੈ। ਸੋ ਮੈਨੂੰ ਬਲਜੀਤ ਮਲਿਕ ਦਾ ਚਿਹਰਾ ਹੁਣ ਤਾਂ ਹੀ ਯਾਦ ਹੈ। ਉਹ ਕਹਿੰਦਾ ਕਿ ਤੂੰ ਤਾਂ ਸਿੱਧੀ ਗੱਲ ਕਰਤੀ। ਮੈਨੂੰ ਉਹਦੀ ਹੈਰਤ ਤੇ ਹੈਰਤ ਸੀ। ਮੈਂ ਸੋਚਿਆ ਤੂੰ ਸਿੱਧੀ ਗੱਲ ਨਹੀਂ ਕਰੇਂਗਾ ਤਾਂ ਗੱਲ ਕਿਹੜੀ ਕਰੇਂਗਾ। ਸੋ ਜਾਂ ਤਾਂ ਤੁਸੀਂ ਸਿੱਧੀ ਗੱਲ ਕਰੋ। ਮੈਨੂੰ ਹੌਲੀ ਹੌਲੀ ਜਦੋਂ ਮੈਚੁਰਿਟੀ ਆਈ ਪਤਾ ਲੱਗਿਆ ਕਿ ਗੱਲਾਂ ਕਰਨ ਦਾ ਤਰੀਕਾ ਹੁੰਦਾ, ਪਰ 23-24 ਸਾਲ 'ਚ ਇਹ ਨਹੀਂ ਸੀ। ਮਤਲਬ ਤੁਸੀਂ ਮੈਨੂੰ ਦੱਸੋ ਤਾਂ ਮੈਂ ਮੰਨ ਜਾਂਗੀ। ਉਸ ਤੋਂ ਬਾਅਦ ਮੈਂ PIG ਜੁਆਇਨ ਕੀਤੀ। ਉਹ ਵੀ ਗੱਲ ਯਾਦ ਹੈ। ਉੱਥੇ ਸਿਮਰਨਜੀਤ ਸਿੰਘ ਮਾਨ ਆਇਆ, ਮੈਂ ਉਹਨੂੰ ਦੇਖਿਆ। ਮੈਂ ਕਿਹਾ ਵੀ ਇਹਦਾ CT ਸਕੈਨ ਹੋਣਾ, ਤੂੰ ਇਹਨੂੰ ਲਟਾ ਤੇ ਇਹਦੀ IV ਸ਼ੁਰੂ ਕਰ। ਮੈਂ ਰੈਜ਼ੀਡੈਂਟ ਸੀ। ਉਹਨਾਂ ਦਿਨਾਂ 'ਚ ਨਰਸਾਂ ਨਹੀਂ ਸੀ ਹੁੰਦੀਆਂ ਬਾਹਲੀਆਂ, ਤੇ ਰੈਜ਼ੀਡੈਂਟ ਹੀ ਕਰਦੇ ਹੁੰਦੇ ਸੀ। ਮੈਂ ਉਹਦੀ IV ਸ਼ੁਰੂ ਕੀਤੀ ਤਾਂ ਉਹਦੀ ਬਾਂਹ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਬਾਂਹ ਉੱਤੇ ਨਾ ਗਈ। ਮੈਂ ਕਿਹਾ ਤੁਸੀਂ ਬਾਂਹ ਸਿੱਧੀ ਕਰ ਲਓ। ਕਹਿੰਦਾ ਨਹੀਂ ਇਹ ਸਿੱਧੀ ਨਹੀਂ ਹੁੰਦੀ। ਮੈਂ ਕਿਹਾ ਕਿਉਂ, ਕੀ ਹੋਇਆ। ਕਹਿੰਦਾ ਮੈਨੂੰ ਚੱਕ ਕੇ ਲੈ ਗਏ ਸੀ, ਉਹਨਾਂ ਮੈਨੂੰ ਟੌਰਚਰ ਕੀਤਾ, ਉਹਨੂੰ ਮੇਰੀ ਬਾਂਹ ਤੋੜਤੀ। ਉਹਨਾਂ ਡਾਕਟਰ ਸੱਦਿਆ ਨਹੀਂ, ਉਹ ਫੇਰ ਜਿਵੇਂ ਟੇਢੀ ਜੀ ਹੀਲ ਹੋਣੀ ਸੀ ਉਹ ਹੋ ਗਈ। ਮੈਂ ਉਹਦੇ ਕੋਲ ਖੜੀ ਸੀ, ਮੈਂ ਰੋਣ ਲੱਗ ਪਈ। ਮੈਂ ਇਸ ਲਈ ਨਹੀਂ ਰੋਈ ਕਿ ਇਹਦੇ ਨਾਲ ਇਹ ਹੋਇਆ, ਮੈਂ ਇਸ ਲਈ ਰੋਈ ਕਿ ਬੜੇ ਸਹਿਜ ਨਾਲ ਉਹਨੇ ਇਹਨੂੰ ਦੱਸਿਆ, ਨਾ ਉਹਨੂੰ ਕੋਈ ਹੈ, ਉਹ ਬੜੇ ਸਹਿਜ ਨਾਲ ਪਿਆਰ ਨਾਲ ਸੁਣਾ ਰਿਹਾ ਕਿ ਜੋ ਹੋਇਆ ਹੁਕਮ 'ਚ ਹੋਇਆ। ਉਸ ਗੱਲ ਨੇ ਮੈਨੂੰ ਰਵਾਤਾ। ਅਗਰ ਉਹ ਰੋਂਦਾ ਪਿੱਟਦਾ ਤਾਂ ਸ਼ਾਇਦ। ਹਾਂ ਐਲੀ, ਇਹ ਉਹੀ ਕੁੜੀ ਏ ਦਿੱਲੀ ਦੰਗਿਆਂ ਵਾਲੀ, ਉਸੇ ਪਿਓ ਦੀ ਧੀ ਜਿਹੜਾ ਕਰਫਿਊ ਲੱਗੇ ਤੇ ਗੱਡੀ ਚਲਾ ਕੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚ ਗਿਆ ਸੀ। ਨੈਕਸਟ, ਲੈਂਗੁਏਜਸ ਦੀਆਂ ਗੱਲਾਂ ਚੱਲੀਆਂ। ਅਸੀਂ ਕਹਿੰਦੇ ਸੀ ਪੰਜਾਬੀ ਸੂਬਾ ਬਣਨਾ ਚਾਹੀਦਾ, ਲੇਕਿਨ ਅਸੀਂ ਉਦੋਂ ਸਮਝਦੇ ਸੀ ਕਿ ਜਿਹੜਾ ਰੀਜਨਲ ਫਾਰਮੂਲਾ ਹੈ ਉਹ ਠੀਕ ਹੈ। ਇੰਨਾ ਕੁ ਸਾਨੂੰ ਲੱਗਦਾ ਸੀ, ਉਹ ਵੀ ਸਾਨੂੰ ਟੋਟਲ ਕਲੈਰਿਟੀ ਨਹੀਂ ਸੀ। ਕਿਉਂਕਿ ਮੈਨੂੰ ਯਾਦ ਹੈ ਜਦੋਂ ਪੰਜਾਬੀ ਸੂਬਾ ਬਣਿਆ ਤੇ ਇਨਫੈਕਟ ਅਸੀਂ ਅਮਰੀਕਾ 'ਚ ਸੀਗੇ, ਤਾਂ ਮੈਂ ਨਿਊਯਾਰਕ 'ਚ ਸੀ, ਡਾਕਟਰ ਮਨਮੋਹਨ ਸਿੰਘ ਦੇ ਘਰ ਠਹਿਰਿਆ ਹੋਇਆ ਸੀ। ਖਬਰ ਆਈ ਤਾਂ ਅਸੀਂ ਕਿਹਾ ਚੰਗਾ ਹੋਇਆ। ਉਹ ਤਾਂ ਇਸ ਕਰਕੇ ਕਿ ਜੀ ਜਿਹੜਾ ਸਟੇਟਸ ਲਈ ਆਰਗੇਨਾਈਜੇਸ਼ਨ ਕਮਿਸ਼ਨ ਤੁਸੀਂ ਬਣਾਇਆ ਉਹ ਪੰਜਾਬ ਹੀ ਕਿਉਂ ਐਕਸਕਲੂਡ ਕਰਤਾ। ਉਹ ਫਿਰ ਨਹਿਰੂ ਦੀ ਇੱਜ਼ਤ ਸਾਡੇ ਮਨਾਂ 'ਚ ਘਟ ਗਈ, ਕਿਉਂਕਿ ਨਹਿਰੂ ਨੇ ਕਿਹਾ ਜੀ ਭਈ ਪੰਜਾਬ ਦੇ ਹਿੰਦੂ ਨਹੀਂ ਪਸੰਦ ਕਰਦੇ, ਉਹ ਐਲੀਏਨੇਟ ਹੋ ਜਾਣਗੇ ਕਾਂਗਰਸ ਤੋਂ। ਇਹਨੇ ਮਨਮੋਹਨ ਸਿੰਘ ਨੇ ਕਿਹਾ ਕਿ ਗਲਤ ਗੱਲ ਹੋਈ ਹੈ, ਖਾਸ ਕਰਕੇ ਜਿਹੜੀਆਂ ਬਾਉਂਡਰੀਜ਼ ਬਣੀਆਂ ਨੇ ਬਿਲਕੁਲ ਗਲਤ ਬਣੀਆਂ ਨੇ। ਇੱਕ ਤਾਂ ਪੰਜਾਬ ਦੇ ਹਿੰਦੂਆਂ ਦਾ ਕਮਿਊਨਲਿਜ਼ਮ ਕਲੀਅਰ ਹੋ ਗਿਆ। ਵੈਸੇ ਉਹ ਤਾਂ 1961 ਦੀ ਸੈਂਸਸ ਹੀ ਕਲੀਅਰ ਹੋ ਗਿਆ ਸੀ ਜਦੋਂ ਉਹਨਾਂ ਕਿਹਾ ਕਿ ਹਿੰਦੀ ਹਮਾਰੀ ਮਾਤਰੀ ਭਾਸ਼ਾ ਹੈ। ਉਹ ਤੋਂ ਸਾਨੂੰ ਸਮਝ ਆ ਗਈ ਕਿ ਜਿਹੜਾ ਅਪਰ ਕਾਸਟ ਹਿੰਦੂ ਹੈ ਇਹ ਪੈਪਸੂ 'ਚ ਵੀ ਹੋਈ ਹੋਇਆ। ਪਰ ਸਾਨੂੰ ਲੱਗਦਾ ਸੀ ਕਿ ਰੀਜਨਲ ਫਾਰਮੂਲਾ ਜੇ ਐਕਸੈਪਟ ਹੋ ਜਾਂਦਾ, ਉਹ ਜਿਸ ਵੇਲੇ ਇੱਕ ਵਾਰੀ ਫੇਰ ਨਹੀਂ ਹੋਇਆ, ਗੱਲ ਖਿਲਰ ਗਈ, ਫਿਰ ਲੱਗਾ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ। ਪਰ ਪੰਜਾਬੀ ਸੂਬੇ ਦੀਆਂ ਜਿਹੜੀਆਂ ਬਾਉਂਡਰੀਜ਼ ਡਿਸਾਈਡ ਹੋਈਆਂ ਉਦੋਂ ਸਮਝ ਆ ਗਈ ਵੀ ਇਹ ਅਕਾਲੀ ਵੀ ਮੂਰਖ ਨੇ, ਹਿੰਦੂ ਤਾਂ ਜਿਹੜੇ ਹੈਗੇ ਨੇ ਉਹ ਹੈ ਨਹੀਂ,
ਵੀ ਅੰਡਰਸਟੂਡ ਦੈਟ, ਪਰ ਇਹ ਨਹੀਂ ਸੀ ਪਤਾ ਕਿ ਜਿਹੜੇ ਅਪਰ ਕਾਸਟ ਹਿੰਦੂ ਹੈ ਇਹਨਾਂ ਨੂੰ ਸਿੱਖੀ ਨਾਲ ਇੰਨਾ ਵਿਰੋਧ ਹੈ। ਇਹ ਸਾਨੂੰ 84 'ਚ ਜਾ ਕੇ ਪਤਾ ਲੱਗਾ। ਇਹ ਲੇਕਿਨ ਇੱਕ ਕਾਰਨ ਮੈਨੂੰ ਲੱਗਦਾ ਹੈ, ਮੇਰੀ ਸੈਂਸਿਬਿਲਿਟੀ ਕਹਿੰਦੀ ਹੈ ਕਿ ਆਰੀਆ ਸਮਾਜ ਨੇ ਫੈਲਾਇਆ ਹੈ। ਉਹਦੇ 'ਚ ਤਾਂ ਖੈਰ ਕੋਈ ਸ਼ੱਕ ਹੀ ਨਹੀਂ, ਲੇਕਿਨ ਮੈਨੂੰ ਲੱਗਦਾ ਹੈ ਕਿ ਜਿਸ ਵੇਲੇ ਜਿਹਨੂੰ ਸਿੱਖਾਸ਼ਾਹੀ ਫੈਲੀ ਕਹਿੰਦੇ ਆ, ਜਦੋਂ ਮੈਂ ਸਿੱਖਾਂ ਨਾਲ ਗੱਲ ਕਰਦਾ ਤਾਂ ਉਹ ਇਸ ਗੱਲ ਤੋਂ ਕਤਰਾਉਂਦੇ ਆ। ਮੈਨੂੰ ਲੱਗਦਾ ਹੈ ਕਿ ਸਿੱਖਾਸ਼ਾਹੀ ਫੈਲੀ ਕਹਿੰਦੇ ਆ ਜਿਹਦਾ ਜ਼ਿਕਰ ਪੰਜਾਬ ਦੇ ਜਿਹੜੇ ਕਵੀ ਆ ਵਾਰਿਸ ਸ਼ਾਹ ਤਾਂ ਸ਼ਾਇਦ ਪਹਿਲਾਂ ਹੋਇਆ ਹੋਣਾ। ਖੈਰ ਸਿੱਖਾਸ਼ਾਹੀ ਪਈ, ਤੁਸੀਂ ਰੂਲ ਆਫ ਲਾਅ ਐਕਸੈਪਟ ਨਾ ਕਰੋ, ਜਿਸकी ਲਾਠੀ ਉਸकी ਭੈਂਸ, ਇਹ ਸ਼ੁਰੂ ਕਰ ਦਿਓ। ਇਹਨੇ ਵੀ ਹਿੰਦੂ ਐਲੀਨੇਸ਼ਨ ਨੂੰ ਕੰਟਰੀਬਿਊਟ ਕੀਤਾ। ਐਲੀ ਸਮਝ ਗਿਆ ਹੋਣਾ ਤੂੰ ਇਹ ਕੌਣ ਬੋਲ ਰਿਹਾ ਹੈ ਨਾ। ਨੈਕਸਟ, ਮੈਂ ਪਿਓਂਦ ਨਾਵਲ ਪੜ੍ਹ ਲਿਆ, ਵਧੀਆ ਨਾਵਲ ਹੈ, ਤੁਹਾਨੂੰ ਨਾਲ ਤੋਰੀ ਰੱਖਦਾ ਹੈ। ਮੈਨੂੰ ਇੱਕ ਕੁੜ ਕਹਿੰਦੀ ਪਿਓਂਦ ਕੀ ਹੁੰਦੀ ਹੈ, ਮੈਂ ਉਹਨੂੰ ਸਮਝਾਇਆ ਵੀ ਇੱਕ ਕਲਮ ਜਦੋਂ ਦੂਸਰੇ ਕਿਸੇ ਬੂਟੇ ਦੀ ਟਾਹਣੀ 'ਤੇ ਪਿਓਂਦ ਕਰੋ ਤਾਂ ਬਹੁਤ ਕੁਝ ਨਵਾਂ ਉੱਗ ਪੈਂਦਾ ਹੈ, ਪਰ ਉਹਨੂੰ ਫੇਰ ਵੀ ਸਮਝ ਨਹੀਂ ਪਿਆ। ਅੱਜ ਕੱਲ੍ਹ ਪਿਓਂਦ ਵਾਲੀ ਗੱਲ ਰਹੀ ਜਿਉਂ ਨਹੀਂ। ਇਹ ਉਹੀ ਹੈ ਮੇਰੇ ਨਾਲ ਫੋਨ 'ਤੇ ਤਸੀਹਾ ਨੰਬਰ 7 ਵਾਲੀ, ਹਾਂ ਉਹੀ ਜਿਹਦੇ ਪਰਿਵਾਰ ਦਾ ਬਜ਼ੁਰਗ ਹੀ ਇਹਦੇ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ ਸੀ। ਮਾਂ ਬਾਪ ਨੂੰ ਪਤਾ ਵੀ ਲੱਗ ਗਿਆ ਪਰ ਘੇਸਲ ਮਾਰੀ ਰੱਖੀ ਕਿਉਂਕਿ ਉਹਦੀ ਪੈਨਸ਼ਨ ਆਉਂਦੀ ਸੀ ਇਹਨਾਂ ਨੂੰ। ਮੈਂ ਉਹਨੂੰ ਕਹਿੰਦਾ ਕਿ ਗੁਲਾਬ ਦੇ ਬੂਟੇ ਨੂੰ ਪਿਓਂਦ ਕਰਦੇ ਸਨ, ਸ਼ਹਿਤੂਤ ਨੂੰ ਵੀ, ਪਰ ਗੁਲਾਬ ਛੇਤੀ ਦਾਬ ਫੜ ਲੈਂਦਾ ਸੀ। ਹਾਂ ਗੁਲਾਬ ਬਹੁਤ ਬਹਾਦਰ ਬੂਟਾ ਹੈ, ਉਹਨੂੰ ਕਿਤੇ ਵੀ ਲਾ ਦਿਓ, ਕਿਵੇਂ ਵੀ ਲਾ ਦਿਓ, ਇਹ ਉਸੇ ਜ਼ਮੀਨ 'ਚ ਆਪਣੀ ਜੜ ਬਹੁਤ ਜਲਦੀ ਲਾ ਲੈਂਦਾ ਹੈ। ਮੈਂ ਇੱਕ ਵਾਰੀ ਦੁੱਧ ਲੈ ਕੇ ਸਵੇਰੇ ਸਵੇਰੇ ਆ ਰਹੀ ਸੀ ਤਾਂ ਮੈਂ ਦੇਖਿਆ ਸਾਡੇ ਗੁਆਂਢੀਆਂ ਨੇ ਗੁਲਾਬ ਦਾ ਬੂਟਾ ਜੜੋਂ ਪੁੱਟ ਕੇ ਗਲੀ 'ਚ ਸੁੱਟਿਆ ਹੋਇਆ ਸੀ। ਮੈਂ ਰੁਕ ਗਈ। ਉਹ ਨਵੇਂ ਮਕਾਨ ਬਣਾ ਰਹੇ ਸੀ, ਭਰਤੀ ਪਾਉਣੀ ਸੀ ਤਾਂ ਗੁਲਾਬ ਪੁੱਟ ਕੇ ਸੁੱਟਤਾ। ਮੈਂ ਆਂਟੀ ਨੂੰ ਪੁੱਛਿਆ ਤੁਸੀਂ ਗੁਲਾਬ ਮੁੜ ਕੇ ਤਾਂ ਨਹੀਂ ਲਾਉਣਾ? ਉਹ ਕਹਿੰਦੀ ਨਹੀਂ। ਮੈਂ ਕਿਹਾ ਮੈਂ ਲੈ ਜਾਵਾਂ? ਉਹ ਕਹਿੰਦੀ ਲੈ ਜਾ। ਮੈਂ ਲਿਜਾ ਕੇ ਆਪਣੇ ਘਰੇ ਲਾ ਲਿਆ ਕਿਉਂਕਿ ਪੋਟੀ ਤਾਂ ਦਿੱਤਾ ਸੀ ਜੜੋਂ, ਤਾਂ ਉਹ ਪਹਿਲਾਂ ਤਾਂ ਕਈ ਦਿਨ ਨਹੀਂ ਪਰ ਫਿਰ ਹੌਲੀ ਸਾਡੀ ਜ਼ਮੀਨ 'ਚ ਜੜ ਲਾ ਗਿਆ। ਹੁਣ ਉਹਨੂੰ ਕਿਤੇ ਗੁਲਾਬ ਲੱਗਦੇ ਆ, ਲੱਦਿਆ ਰਹਿੰਦਾ ਫੁੱਲਾਂ ਨਾਲ। ਉਹ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦੇ ਰਹੀ, ਬੋਲੀ ਤੁਰੀ ਜਾ ਰਹੀ ਹੈ, ਇਹਦੀ ਆਦਤ ਹੈ। ਮੇਰਾ ਨਾਂ ਇੱਕ ਦੋਸਤ ਹੈ, ਉਹ 5 ਸਾਲ ਦੋਸਤ ਰਿਹਾ। ਐਵੇਂ ਮੈਂ ਕਿਹਾ ਚਲੋ ਗੱਲਾਂ ਵਾਲਾ ਹੀ ਸਹੀ, ਕੋਈ ਗੱਲ ਕਰਨ ਲਈ ਵੀ ਤਾਂ ਕੋਈ ਹੋਣਾ ਚਾਹੀਦਾ। ਪਰ ਉਹ ਮੈਨੂੰ ਸਮਝ ਨਹੀਂ ਸਕਿਆ। ਮੈਂ ਮੂਵੀ ਉਹ ਦੇਖਣੀ ਜਿਹੜਾ ਕੋਈ ਨਹੀਂ ਦੇਖਦਾ, ਕਿਤਾਬ ਵੀ ਉਹੋ ਜਿਹੀ ਪੜ੍ਹਨੀ, ਉਹਦੇ ਨਾਲ ਗੱਲਾਂ ਕਰਨੀਆਂ, ਤਾਂ ਉਹਨੇ ਕਹਿਣਾ ਕਿ ਇਹ ਗੱਲ ਨਾ ਕਰ, ਉਹ ਗੱਲ ਨਾ ਕਰ, ਕੁੜੀਆਂ ਨੂੰ ਸੈਕਸ ਬਾਰੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿਉਂ ਬਈ, ਕਿਉਂ ਨਹੀਂ ਕਰਨੀਆਂ ਚਾਹੀਦੀਆਂ? ਕੁੜੀਆਂ ਨੂੰ ਦਾਰੂ ਵੀ ਪੀਣੀ ਚਾਹੀਦੀ ਹੈ, ਮੈਂ ਤਾਂ ਪੀ ਲੈਂਦੀ ਹਾਂ, ਪੀ ਕੇ ਖਿਲਰ ਵੀ ਜਾਈਦਾ ਕਈ ਵਾਰ। ਇੱਕ ਦੱਸੋ ਮੈਨੂੰ, ਮੈਂ ਜਦੋਂ ਤੁਹਾਨੂੰ ਮਿਲਣ ਆਈ ਸੀ ਤੁਸੀਂ ਮੈਨੂੰ 4 ਵਾਰ ਦੇਖਿਆ, ਮੇਰੇ ਪੈਰਾਂ ਵੱਲ ਵੀ ਦੇਖਿਆ। ਸ਼ਾਇਦ ਤੁਸੀਂ ਸੋਚਦੇ ਹੋਣੇ ਆ ਕਿ ਇਹਨੇ ਹੀਲ ਵਾਲੇ ਸੈਂਡਲ ਨਾ ਪਾਏ ਹੋਣ, ਇਹ ਕੁੜੀ ਐਡੀ ਲੰਮੀ ਕਿਵੇਂ ਆ, ਮੇਰੇ ਕੱਦ ਬਾਰੇ ਸੋਚਦੇ ਹੋਣੇ ਤੁਸੀਂ। ਕਿਉਂ ਦੇਖਦੇ ਸੀ ਮੈਨੂੰ? ਤੂੰ ਸਧਾਰਨ ਹੈ, ਤੂੰ ਨਹੀਂ ਸਮਝ ਸਕਦੀ ਕਿ ਲੇਖਕ ਕੀ ਸੋਚਦਾ ਹੋ ਸਕਦਾ। ਮੈਂ ਸੋਚ ਰਿਹਾ ਸੀ ਜੇਕਰ ਤੈਨੂੰ ਪੈਰਾਂ ਤੋਂ ਸਿਰ ਤੱਕ ਚੁੰਮਣਾ ਹੋਵੇ ਪੂਰਾ 1 ਮਹੀਨਾ ਲੱਗੂ। ਮੈਂ ਉਹਨੂੰ ਕਹਿਤਾ ਸ਼ਾਇਦ ਇਹ ਮੇਰੀ ਜ਼ਮੀਨ 'ਚ ਜੜ ਲਾਉਣਾ ਚਾਹੁੰਦੀ ਹੈ, ਲਾ ਦੇਵੇ। ਦੂਜੇ ਪਾਸਿਓਂ ਜ਼ੋਰਦਾਰ ਠਹਾਕਾ ਗੂੰਜਿਆ। ਮੈਂ ਉਹਦੇ ਹਾਸੇ ਲਈ ਦੁਆ ਮੰਗੀ। ਨੈਕਸਟ, ਬਾਬਾ ਜੀ ਦਰਅਸਲ ਹੋਇਆ ਪਤਾ ਕੀ ਸੀ, ਰਾਜਪਾਲ ਨੇ ਇਹਨਾਂ ਤਿੰਨਾਂ ਦੀ ਸਜ਼ਾ ਮਾਫ ਕਰਤੀ ਸੀ, ਸਾਡੇ ਤਿੰਨੇ ਲੀਡਰਾਂ ਦੀ। ਪਰ ਹਾਈ ਕੋਰਟ 'ਚ ਸੁਣਵਾਈ ਅਜੇ ਚੱਲਦੀ ਸੀ। ਜੱਜ ਨੇ ਕਿਹਾ ਕਿ ਠੀਕ ਹੈ ਵੀ ਰਾਜਪਾਲ ਜਾਂ ਰਾਸ਼ਟਰਪਤੀ ਸਜ਼ਾ ਮਾਫ ਕਰ ਸਕਦੇ ਨੇ, ਪਰ ਜਦ ਤੱਕ ਕੋਈ ਕੇਸ ਚੱਲ ਰਿਹਾ ਅਜਿਹਾ ਹੋ ਨਹੀਂ ਸਕਦਾ। ਫਿਰ ਬਾਅਦ 'ਚ ਹਾਈ ਕੋਰਟ ਨੇ 2 ਲੀਡਰਾਂ ਨੂੰ ਬਰੀ ਕਰਤਾ, ਪਰ ਸਾਡੇ ਮੁੱਖ ਲੀਡਰ ਦੀ ਸਜ਼ਾ ਕਾਇਮ ਰਹਿਣ ਦੀ। ਸੰਘਰਸ਼ ਤੁਹਾਨੂੰ ਪਤਾ ਹੈ ਇਸ ਨਾਇਨਸਾਫੀ ਖਿਲਾਫ ਕਿੱਡਾ ਛਿੜ ਪਿਆ ਸੀ। ਫਿਰ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਵੀ ਸਜ਼ਾ ਕਾਇਮ ਰਹਿਣ ਦਿੱਤੀ। ਪਰ ਲੋਕਾਂ ਅੱਗੇ ਕਿਹਦਾ ਜ਼ੋਰ ਚੱਲਦਾ? ਅਸੀਂ ਲੜ ਰਹੇ ਹਾਂ, ਅਸੀਂ ਲੜਾਂਗੇ। ਸਾਧੂ ਦੀ ਅੱਖ ਲਿਸ਼ਕ ਰਹੀ ਹੈ। ਮੈਂ ਇੱਕ ਵਾਰ ਚੀਤੇ ਦੀ ਅੱਖ 'ਚ ਇੰਨਾ ਸੇਕ ਦੇਖਿਆ ਸੀ, ਇਸੇ ਸੇਕ ਨਾਲ ਦਰਸ਼ਨ ਦਾ ਕਾਇਆ ਕਲਪ ਹੋਇਆ। ਮੈਨੂੰ ਪਤਾ ਹੈ ਨਾ, ਸਾਧੂਆਂ ਦੀ ਕੁਟੀਆਂ ਗੁਰੀਲੇ ਜੰਮਦੀਆਂ ਰਹਿੰਦੀਆਂ ਨੇ। ਇਹ ਗੁਰੀਲੇ ਫਿਰ ਜੰਗਲਾਂ 'ਚ ਜੁਗਨੂ ਬੰਨ੍ਹਦੇ ਰਹਿੰਦੇ ਨੇ, ਰਾਤ ਨੂੰ ਲੰਘਣ ਦੀ ਨਿਸ਼ਾਨੀ ਵਜੋਂ। ਇਹਨਾਂ ਜੁਗਨੂਆਂ ਦੀ ਰੌਸ਼ਨੀ 'ਚ ਵੀ ਸੇਕ ਹੁੰਦਾ। ਇਹ ਸੇਕ ਨਹੀਂ ਮਰਦੇ ਦਿਲਾਂ 'ਚੋਂ। ਖੰਡ ਬਣ ਕੇ ਸੇਕ ਨੇ ਸੇਕਦਾ ਸੀ। ਸਿਸਟਮ ਉਸ ਵਕਤ ਦਾ ਜ਼ਰਾ ਨਹੀਂ ਭੁੱਲਿਆ ਇਤਿਹਾਸ ਨੂੰ ਹਾਲੇ ਵੀ। ਇਹ ਜ਼ਰੇ ਹਮੇਸ਼ਾ ਪੈਦਾ ਹੁੰਦੇ ਨੇ, ਅੱਜ ਵੀ ਹੋ ਰਹੇ ਨੇ, ਕੱਲ੍ਹ ਵੀ ਹੋਣਗੇ। ਦਰਸ਼ਨ ਆਪਣੇ ਸਮੇਂ ਦਾ ਜ਼ਰਾ ਹੈ। ਉਹਦਾ ਬਾਪ ਗਦਰੀ ਸੀ, ਜੁੱਤੀਆਂ ਸਿਉਂਦਾ ਸਿਉਂਦਾ ਗਦਰ ਗੂੰਜਾ ਗਾਉਣ ਲੱਗਿਆ, ਫਿਰ ਫੜਿਆ ਗਿਆ, ਫਾਂਸੀ ਦਾ ਰੱਸਾ ਚੁੰਮ ਲਿਆ। ਦਰਸ਼ਨ ਦੀ ਰਗ 'ਚ ਗਦਰੀ ਦਾ ਖੂਨ ਖੌਲਦਾ। ਸਾਧੂ ਨੇ ਤਾਨਪੁਰਾ ਛੇੜਿਆ, ਦਰਸ਼ਨ ਨੇ ਅੱਖਾਂ ਮੂੰਦ ਲਈਆਂ ਨੇ।
ਇੱਕ ਸੱਪ ਨਹਿਰ ਵਾਲੇ ਪਾਸਿਓਂ ਨਿਕਲ ਉਹਨਾਂ ਦੇ ਕੋਲ ਮਸਤ ਹੋ ਕੇ ਬੈਠ ਗਿਆ, ਚੁੱਪਚਾਪ। ਸਾਧੂ ਹੱਸਿਆ। ਸੱਪਾਂ ਦੇ ਕੰਨ ਨਹੀਂ ਹੁੰਦੇ, ਪਰ ਇਹ ਸਭ ਕੁਝ ਸੁਣਦੇ ਨੇ। ਇਹ ਸੱਪ ਹਰ ਰੋਜ਼ ਮੇਰੇ ਕੋਲ ਤਾਨਪੁਰਾ ਸੁਣਨ ਆਉਂਦਾ ਹੈ। ਇੱਕ ਚੇਪੂ ਵੀ ਆਉਂਦਾ ਹੈ। ਪਹਿਲਾਂ 2 ਕੁੱਤੇ ਆਇਆ ਕਰਦੇ ਸਨ, ਸ਼ਾਂਤ। ਫਿਰ ਉਹ ਪਤਾ ਨਹੀਂ ਕਿੱਧਰ ਗੁੰਮ ਗਏ। ਆਪਾਂ ਨਹੀਂ ਕਦੇ ਕਿਸੇ ਨੂੰ ਰੋਕਿਆ। ਕੋਈ ਜਾਣਾ ਚਾਹੇ ਚਲਾ ਜਾਵੇ। ਸਾਧੂ ਨਹੀਂ ਮੋਹ ਪਾਲਦੇ, ਹਾ ਹਾ ਹਾ। ਸਾਧੂ ਸੱਪ ਪਾਲਦੇ ਨੇ। ਦਰਸ਼ਨ ਨੇ ਉਹਨਾਂ ਵੱਲ ਜੀ ਭਰ ਕੇ ਦੇਖਿਆ, ਮੁਸਕਰਾ ਪਿਆ। ਧੰਨਵਾਦ।